ਯਹੋਸ਼ੂਆ ਦੀ ਪੁਸਤਕ ਉਸਦਾ ਦੂਸਰਾ ਭਾਗ। ਔਰ ਜਿੱਦਾਂ ਅਸੀਂ ਕਿ ਦੇਖਿਆ ਸੀ ਕੱਲ ਕਿ ਯਹੋਸ਼ੂਆ ਦਾ ਜਿਹੜਾ ਪਹਿਲਾ ਨਾਮ ਸੀ ਉਹ ਹੋਜ਼ਿਆ ਸੀ, ਉਸਦਾ ਨਾਮ ਬਦਲਿਆ ਗਿਆ ਸੀ, ਯਸੂ ਨੂੰ ਨਾਮ ਦਿੱਤਾ ਗਿਆ ਸੀ। ਸੋ ਇਹ ਹੋਜ਼ਿਆ ਸਾਰੀਆਂ ਜਿੱਤਾਂ ਜਿਹੜੀਆਂ ਉਹ ਇੱਕੋ ਹੀ ਨਾਮ ਦੇ ਵਿੱਚ ਪਾ ਰਿਹਾ, ਔਰ ਉਹ ਨਾਮ ਜਿਹੜਾ ਉਸਨੂੰ ਦਿੱਤਾ ਗਿਆ ਉਹ ਪ੍ਰਭੂ ਯਸੂ ਮਸੀਹ ਦਾ ਨਾਮ ਸੀ, ਯਹੋਸ਼ੂਆ। ਸੋ आओ दूसरे भाग में देखिए, दूसरे भाग में ਪਹਿਲਾਂ 13 आयतां देखिए। मैं पढ़ दें बस जी। यहोशुआ दा यरीहो विच जसूस घल्लना। तब यहोशुआ ने शटीम दी थां तो 2 आदमियां नूं चुपचाप कनान देश जसूसी करन लई ਇਹ ਕਹਿ ਕੇ ਘੱਲਿਆ, ਤੁਸੀਂ ਜਾ ਕੇ ਕਨਾਨ ਦੇਸ਼ ਦਾ ਭੇਦ ਕੱਢਣਾ, ਖਾਸ ਕਰਕੇ ਯਰੀहो ਸ਼ਹਿਰ ਦਾ। ਸੋ ਉਹ ਦੋਵੇਂ ਗਏ ਤੇ ਯਰੀहो ਸ਼ਹਿਰ ਵਿੱਚ ਜਾ ਕੇ ਇੱਕ ਬੇਸਬਾਰ ਹਾਬ ਦੇ ਘਰ ਰਾਤ ਕੱਟਣ ਦੇ ਲਈ ਠਹਿਰ ਗਏ। ਪਰ ਕਿਸੇ ਨੇ ਜਾ ਕੇ ਯਰੀहो ਦੇ ਰਾਜਾ ਨੂੰ ਦੱਸਿਆ, ਕੁਝ ਇਜ਼ਰਾਈਲੀ ਲੋਕ ਸਾਡੇ ਦੇਸ਼ ਦਾ ਭੇਦ ਲੈਣ ਇੱਥੇ ਆਏ ਹੋਏ ਹਨ। ਇਸ ਲਈ ਯਰੀहो ਦੇ ਰਾਜਾ ਨੇ ਰਹਾਬ ਬੇਸਬਾਰ ਨੂੰ ਇਹ ਸੰਦੇਸ਼ ਘੱਲਿਆ, ਤੂੰ ਉਹਨਾਂ ਆਦਮੀਆਂ ਨੂੰ ਬਾਹਰ ਲਿਆ ਜੋ ਤੇਰੇ ਘਰ ਠਹਿਰੇ ਹੋਏ ਹਨ, ਉਹ ਸਾਡੇ ਦੇਸ਼ ਵਿੱਚ ਜਸੂਸੀ ਲਈ ਆਏ ਹਨ। ਪਰ ਰਹਾਬ ਨੇ ਉਹਨਾਂ ਦੋਹਾਂ ਜਸੂਸਾਂ ਨੂੰ ਲੁਕਾ ਲਿਆ ਅਤੇ ਰਾਜਾ ਨੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, ਇਹ ਸੱਚ ਹੈ ਕਿ ਮੇਰੇ ਕੋਲ 2 ਆਦਮੀ ਆਏ ਸਨ, ਪਰ ਮੈਨੂੰ ਪਤਾ ਨਹੀਂ ਹੈ ਉਹ ਕਿੱਥੋਂ ਦੇ ਰਹਿਣ ਵਾਲੇ ਸਨ। ਉਹ ਤਰਕਾਲਾਂ ਵੇਲੇ ਸ਼ਹਿਰ ਦਾ ਬਾਹਰੀ ਫਾਟਕ ਬੰਦ ਹੋਣ ਤੋਂ ਪਹਿਲਾਂ ਹੀ ਚਲੇ ਗਏ ਹਨ, ਪਰ ਪਤਾ ਨਹੀਂ ਕਿੱਥੇ। ਇਹ ਚੰਗਾ ਹੈ ਕਿ ਤੁਸੀਂ ਜਾ ਕੇ ਉਹਨਾਂ ਦਾ ਪਿੱਛਾ ਕਰੋ, ਹੋ ਸਕਦਾ ਹੈ ਕਿ ਤੁਸੀਂ ਉਹਨਾਂ ਨੂੰ ਫੜ ਲਵੋ। ਰਹਾਬ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਆਪਣੇ ਕੋਠੇ ਦੀ ਛੱਤ ਤੇ ਲੈ ਜਾ ਕੇ ਉਹਨਾਂ ਨੂੰ ਉੱਥੇ ਪਏ ਸਣ ਦੇ ਢੇਰ ਹੇਠ ਲੁਕਾ ਦਿੱਤਾ ਸੀ। ਤਦ ਰਾਜਾ ਦੇ ਆਦਮੀ ਸ਼ਹਿਰੋਂ ਬਾਹਰ ਜਸੂਸਾਂ ਦੇ ਪਿੱਛੇ ਗਏ ਤੇ ਉਹਨਾਂ ਦੇ ਬਾਹਰ ਜਾਂਦਿਆਂ ਹੀ ਸ਼ਹਿਰ ਦਾ ਫਾਟਕ ਬੰਦ ਹੋ ਗਿਆ। ਉਹ ਆਦਮੀ ਜਸੂਸ ਦੀ ਖੋਜ ਵਿੱਚ ਜਰਦਨ ਦਰਿਆ ਦੇ ਕੰਢੇ ਤੱਕ ਗਏ। ਫਿਰ ਜਸੂਸਾਂ ਦੇ ਕੋਠੇ ਉੱਤੇ ਸੌਣ ਤੋਂ ਪਹਿਲਾਂ ਰਹਾਬ ਬੇਸਮਾ ਉਹਨਾਂ ਕੋਲ ਆਈ ਤੇ ਬੋਲੀ, ਮੈਂ ਜਾਣਦੀ ਹਾਂ ਕਿ ਪ੍ਰਭੂ ਨੇ ਇਹ ਧਰਤੀ ਤੁਹਾਨੂੰ ਦਿੱਤੀ ਹੈ, ਤੁਹਾਡਾ ਭੈ ਸਾਡੇ ਸਭ ਦੇਸ਼ ਵਾਸੀਆਂ ਉੱਤੇ ਛਾਇਆ ਹੋਇਆ ਹੈ। ਅਸੀਂ ਸਾਫ਼ ਸੁਣ ਚੁੱਕੇ ਹਾਂ ਕਿ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਲਾਲ ਸਾਗਰ ਦਾ ਪਾਣੀ ਸੁੱਕ ਗਿਆ ਅਤੇ ਕਿਸ ਤਰ੍ਹਾਂ ਤੁਸੀਂ ਜਰਦਨ ਪਾਰ ਦੋਹਾਂ ਮੋਰੀ ਰਾਜਿਆਂ ਸਿਓਨ ਅਤੇ ਓਗ ਨੂੰ ਮਾਰ ਕੇ ਉਹਨਾਂ ਦਾ ਨਾਸ਼ ਕਰ ਦਿੱਤਾ। ਅਸੀਂ ਇਹ ਸਭ ਸੁਣ ਕੇ ਭੈਭੀਤ ਹੋ ਉੱਠੇ ਤੇ ਸਾਡਾ ਸਭ ਦਾ ਹੌਸਲਾ ਖਤਮ ਹੋ ਗਿਆ। ਪ੍ਰਭੂ ਤੁਹਾਡਾ ਪਰਮੇਸ਼ਰ ਹੀ ਆਕਾਸ਼ ਅਤੇ ਧਰਤੀ ਤੇ ਕੇਵਲ ਇੱਕਮਾਤਰ ਪਰਮੇਸ਼ਰ ਹੈ। ਇਸ ਲਈ ਤੁਸੀਂ ਪ੍ਰਭੂ ਦੇ ਨਾਂ ਦੀ ਸਹੁੰ ਚੁੱਕ ਕੇ ਮੈਨੂੰ ਵਚਨ ਦੇਵੋ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਭਲਾ ਵਰਤਾਵ ਕੀਤਾ ਹੈ, ਤੁਸੀਂ ਵੀ ਮੇਰੇ ਅਤੇ ਮੇਰੇ ਪਿਤਾ ਦੇ ਟੱਬਰ ਨਾਲ ਕਰੋਗੇ। ਇਸ ਦੇ ਲਈ ਤੁਸੀਂ ਮੈਨੂੰ ਕੋਈ ਨਿਸ਼ਾਨੀ ਦੇਵੋ ਜਿਸ ਦੁਆਰਾ ਮੈਂ ਤੁਹਾਡੇ ਤੇ ਭਰੋਸਾ ਕਰਾਂ। ਤੁਸੀਂ ਮੈਨੂੰ ਵਚਨ ਦੇਵੋ ਕਿ ਤੁਸੀਂ ਮੇਰੇ ਪਿਤਾ, ਮਾਤਾ, ਭਰਾਵਾਂ, ਭੈਣਾਂ ਅਤੇ ਜੋ ਕੁਝ ਹੈ ਉਹਨਾਂ ਦਾ ਹੈ, ਜੋ ਕੁਝ ਉਹਨਾਂ ਦਾ ਹੈ ਨੂੰ ਕੁਝ ਨਹੀਂ ਹੋਣ ਦੇਵੋਗੇ ਤੇ ਸਾਡਿਆਂ ਜੀਵਨਾਂ ਦੀ ਰੱਖਿਆ ਕਰੋਗੇ। ਆਮੀਨ। ਸੋ ਅਸੀਂ ਜਿਸ ਲਈ ਹੁਣ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਏ ਹਾਂ ਤੇ ਇੱਕ ਔਰਤ ਆ ਜਿਹੜੀ ਵੈਸ਼ਵਾ ਹੈ, ਔਰ ਡਸ ਨਾਟ ਮੈਟਰ ਕਿਹੜਾ ਸਮਾਜ, ਚਾਹੇ ਕੋਈ ਵੀ ਸਮਾਜ ਆ, ਹਰ ਸਮਾਜ ਦੇ ਵਿੱਚ ਇਸ ਨੂੰ ਹਮੇਸ਼ਾ ਘਟੀਆ ਨਜ਼ਰ ਦੇ ਨਾਲ ਦੇਖਿਆ ਜਾਂਦਾ। ਇਸ ਨੂੰ ਇੱਕ ਸ਼ਰਮ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ, ਇੱਕ ਘਿਰਣਾ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ। ਪਰ ਪ੍ਰਭੂ ਨੇ ਇਸ ਔਰਤ ਨੂੰ, ਜਿਸ ਤਰ੍ਹਾਂ ਅਸੀਂ ਕੱਲ ਪੜ੍ਹਿਆ ਸੀ, ਜਿਸ ਲਈ ਅਸੀਂ ਮੱਤੀ ਦੀ ਵੰਸ਼ਾਵਲੀ ਦੇ ਵਿੱਚ ਗਏ ਸੀ ਔਰ ਉੱਥੇ ਅਸੀਂ ਪੜ੍ਹਿਆ ਸੀ ਪਹਿਲੇ ਚੈਪਟਰ ਦੇ ਵਿੱਚ ਕਿ 4 ਮਾਵਾਂ ਜਿਨ੍ਹਾਂ ਦਾ ਨਾਂ ਆਉਂਦਾ, ਉਹਨਾਂ ਦੇ ਵਿੱਚ ਇੱਕ ਰਹਾਬ ਵੇਸ਼ਵਾ ਵੀ ਹੈ। ਯਾਨੀ ਕਿ ਜਿਸ ਨੂੰ ਕੋਈ ਨਹੀਂ ਪੁੱਛਦਾ, ਜਿਸ ਨੂੰ ਸਾਰਿਆਂ ਨੇ ਥੱਲੇ ਜ਼ਮੀਨ ਦੇ ਵਿੱਚ ਰੋਲਿਆ ਹੁੰਦਾ, ਹੇਠੋਂ ਉੱਪਰ ਜਿਹੜਾ ਲਿਆਉਂਦਾ ਉਹ ਪ੍ਰਭੂ ਲੈ ਕੇ। ਇਸ ਔਰਤ ਨੂੰ ਵੀ ਪ੍ਰਭੂ ਨੇ ਬਰਕਤ ਦਿੱਤੀ, ਇਸ ਦੇ ਗੁਨਾਹ ਵੀ ਪ੍ਰਭੂ ਨੇ ਮਾਫ ਕੀਤੇ ਔਰ ਇਸ ਨੂੰ ਆਪਣੇ ਪਰਿਵਾਰ ਦੇ ਵਿੱਚ ਜਗ੍ਹਾ ਦਿੱਤੀ। ਪ੍ਰਭੂ ਯਿਸੂ ਦਾ ਖਾਨਦਾਨ ਜਿਹੜਾ ਅਸੀਂ ਪੜ੍ਹਦੇ ਹਾਂ, ਉਸ ਦੇ ਵਿੱਚ ਇਹ ਸ਼ਰਮ ਨਹੀਂ ਕੀਤੀ ਗਈ ਕਿ ਇਹ ਔਰਤ ਵੇਸ਼ਵਾ ਸੀ। ਐਨੀਹਾਉ, ਸੋ ਦੂਸਰੇ ਪਾਸੇ ਜੋ ਅਸੀਂ ਦੇਖਦੇ ਪਏ ਹਾਂ ਪ੍ਰਭੂ ਦੇ ਵਚਨ ਦੇ ਵਿੱਚ, ਅਸੀਂ ਦੇਖਦੇ ਪਏ ਹਾਂ ਕਿ ਇਹ ਉਹ ਗਏ ਆ ਉੱਥੇ
ਔਰ ਉਹ ਉੱਥੇ ਦਾ ਭੇਤ ਲੈ ਰਹੇ ਆ, ਔਰ ਉਹਨਾਂ ਨੂੰ ਜ਼ਿਆਦਾ ਭੇਤ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਉਹ ਜਿਹੜੀ ਰਹਾਬ ਵੈਸ਼ਵਾ ਹੈ ਉਸਨੇ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਅਸੀਂ ਡਰੇ ਪਏ। ਸਾਨੂੰ ਪਤਾ ਕਿ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਲਈ ਕੀ ਕੁਛ ਕੀਤਾ। ਸਾਨੂੰ ਪਤਾ ਕਿ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਲਈ ਲਾਲ ਸਾਗਰ ਦੇ ਵਿੱਚ ਰਸਤਾ ਬਣਾ ਦਿੱਤਾ। ਤੁਹਾਡੇ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕਰਕੇ ਤੁਹਾਨੂੰ ਇੱਥੇ ਲੈ ਕੇ ਆਇਆ। ਉਹ ਜਿਹੜਾ ਦੈਂਤ ਸੀਗਾ, ਜਿਸ ਦਾ ਮੰਜਾ 2 ਮੀਟਰ ਚੌੜਾ ਤੇ 4 ਮੀਟਰ ਲੰਬਾ ਸੀ, ਉਸ ਨੂੰ ਤੁਸੀਂ ਮਾਰ ਦਿੱਤਾ। ਔਰ ਇਸੇ ਤਰ੍ਹਾਂ ਜਿਹੜੀ ਉਹ ਧਰਤੀ, ਉਹਨਾਂ ਤੇ ਤੁਸੀਂ ਕਬਜ਼ਾ ਕਰ ਲਿਆ। ਅਸੀਂ ਸਭ ਡਰੇ ਪਏ ਕਿ ਤੁਹਾਡਾ ਪਰਮੇਸ਼ਰ ਤੁਹਾਡੇ ਲਈ ਵੱਡੇ ਵੱਡੇ ਕੰਮ ਕਰਦਾ। ਪਰ ਇੱਕ ਚੀਜ਼ ਯਾਦ ਰੱਖਿਓ, ਮੈਂ ਤੁਹਾਡਾ ਬਚਾਅ ਕੀਤਾ। ਤੁਹਾਡੇ ਲੋੜ ਵੇਲੇ ਮੈਂ ਤੇ ਤੁਹਾਡੇ ਕੰਮ ਆਈ, ਪਰ ਮੇਰੇ ਤੇ ਕਿਰਪਾ ਕਰਿਓ ਕਿ ਜਦ ਪ੍ਰਭੂ ਤੁਹਾਨੂੰ ਇਸ ਸ਼ਹਿਰ ਦੇ ਉੱਤੇ ਜਿੱਤ ਦੇਵੇ। ਦੇਖੋ, ਇੱਕ ਵੈਸ਼ਵਾ ਨੂੰ ਪਤਾ ਕਿ ਐਡੀਆਂ ਮੋਟੀਆਂ ਮੋਟੀਆਂ ਕੰਧਾਂ ਯਰੀਹੋ ਨਗਰ ਦੀਆਂ, ਯਰੀਹੋ ਦੀਆਂ ਐਡੀਆਂ ਮੋਟੀਆਂ ਮੋਟੀਆਂ ਕੰਧਾਂ ਆ, ਜਿਨ੍ਹਾਂ ਦੇ ਉੱਤੇ 2 ਰੱਥ ਚੱਲ ਸਕਦੇ ਸੀ। ਇੱਕ ਰੱਥ ਜਿਹੜਾ ਆਉਂਦਾ ਤੇ ਦੂਜਾ ਰੱਥ ਜਾਂਦਾ, ਜਿਹੜਾ ਉਹ ਚੱਲਦੇ ਸੀ। ਔਰ ਇਸੇ ਤਰ੍ਹਾਂ ਉੱਥੇ ਰਾਖੀ ਹੁੰਦੀ ਸੀ ਦਿਨ ਰਾਤ। ਇੱਕ ਰੱਥ ਉਧਰੋਂ ਆ ਰਿਹਾ, ਇੱਕ ਉਧਰ ਜਾ ਰਿਹਾ, ਔਰ ਸਾਰੇ ਸ਼ਹਿਰ ਦਾ ਉੱਤੋਂ ਦੀ ਉਹ ਰੱਥ ਗੁਜ਼ਰਦੇ ਸੀਗੇ। ਉਹ ਸ਼ਹਿਰ, ਉਸ ਸ਼ਹਿਰ ਦਾ ਉਸਨੂੰ ਪਤਾ ਕਿ ਇਸ ਦੀ ਇੱਟ ਦੇ ਉੱਤੇ ਇੱਟ ਨਹੀਂ ਰਹਿਣੀ, ਇਸ ਦੀ ਇੱਟ ਦੇ ਉੱਤੇ ਇੱਟ ਨਹੀਂ ਰਹਿਣੀ। ਇੱਕ ਉਸ ਔਰਤ ਨੂੰ, ਜਿਸ ਨੂੰ ਮਨੁੱਖ ਦੀ ਜਾਤ ਘਿਰਣਾ ਦੀ ਨਜ਼ਰ ਦੇ ਨਾਲ ਦੇਖਦੀ ਪਈ ਹੈ, ਪ੍ਰਭੂ ਨੇ ਉਸਨੂੰ ਸਾਰਾ ਕੁਝ ਦਿਖਾ ਦਿੱਤਾ। ਉਸਨੂੰ ਸਭ ਕੁਝ ਦਿਖਾ ਦਿੱਤਾ ਕਿ ਇਸ ਦਾ ਹਾਲ ਕੀ ਹੋਣਾ। ਸੋ ਉਸਨੇ ਉਹਨਾਂ ਤੋਂ ਵਾਅਦਾ ਲਿਆ ਕਿ ਤੁਸੀਂ ਮੇਰੇ ਖਾਨਦਾਨ ਤੇ ਰਹਿਮ ਕਰੋਗੇ। ਮੇਰਾ ਬਾਪ, ਮੇਰੇ ਜਿਹੜੇ ਭਰਾ ਆ, ਉਹਨਾਂ ਦੇ ਜਿਹੜੇ ਖਾਨਦਾਨ ਆ, ਉਹਨਾਂ ਨੂੰ ਤੁਸੀਂ ਬਚਾਓਗੇ। ਔਰ ਇਸ ਦੇ ਲਈ ਤੁਸੀਂ ਮੈਨੂੰ ਕੋਈ ਨਿਸ਼ਾਨੀ ਦੇ ਕੇ ਜਾਓ। ਸੋ ਆਓ ਹੁਣ ਅਸੀਂ 14 ਆਇਤ ਤੋਂ ਲੈ ਕੇ 24 ਆਇਤ ਤੱਕ। ਉਹਨਾਂ ਜਸੂਸਾਂ ਨੇ ਰਾਹਾਬ ਨੂੰ ਉੱਤਰ ਦਿੱਤਾ, ਜੇਕਰ ਤੂੰ ਸਾਡੇ ਭੇਦ ਨੂੰ ਕਿਸੇ ਤੇ ਨਹੀਂ ਖੋਲੇਂਗੀ ਤਾਂ ਅਸੀਂ ਤੇਰੇ ਕਹੇ ਅਨੁਸਾਰ ਕਰਾਂਗੇ। ਜਦੋਂ ਪ੍ਰਭੂ ਸਾਨੂੰ ਇਹ ਧਰਤੀ ਦੇਵੇਗਾ ਤਾਂ ਅਸੀਂ ਤੇਰੇ ਨਾਲ ਭਲਾ ਅਤੇ ਭਰੋਸੇਯੋਗ ਵਰਤਾਓ ਕਰਾਂਗੇ। ਰਾਹਾਬ ਦਾ ਘਰ ਸ਼ਹਿਰ ਦੀ ਬਾਹਰੀ 4 ਦੀਵਾਰੀ ਨਾਲ ਲੱਗਦਾ ਸੀ। ਉਸਦੇ ਘਰ ਦੇ ਪਿਛਲੇ ਪਾਸੇ ਇੱਕ ਖਿੜਕੀ ਸੀ, ਇਸ ਲਈ ਉਸਨੇ ਉਹਨਾਂ ਦੋਹਾਂ ਜਸੂਸਾਂ ਨੂੰ ਰੱਸੇ ਨਾਲ ਖਿੜਕੀ ਦੇ ਵਿੱਚੋਂ ਦੀ ਬਾਹਰ ਉਤਾਰ ਦਿੱਤਾ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਪਹਾੜੀਆਂ ਦੇ ਵਿੱਚ ਜਾ ਕੇ ਲੁਕ ਜਾਵੋ, ਉੱਥੇ ਤੁਸੀਂ 3 ਦਿਨਾਂ ਤੱਕ ਲੁਕੇ ਰਹਿਣਾ। ਫਿਰ ਜਦੋਂ ਰਾਜੇ ਦੇ ਸੰਦੇਸ਼ਵਾਹਕ ਮੁੜ ਵਾਪਸ ਆਉਣਗੇ ਤਾਂ ਤੁਸੀਂ ਆਪਣੇ ਰਾਹੀਂ ਵਾਪਸ ਚਲੇ ਜਾਣਾ। ਉਹਨਾਂ ਜਸੂਸਾਂ ਨੇ ਰਾਹਾਬ ਨੂੰ ਕਿਹਾ, ਅਸੀਂ ਆਪਣੀ ਪ੍ਰਤਿਗਿਆ ਨੂੰ ਜੋ ਅਸੀਂ ਤੇਰੇ ਨਾਲ ਕੀਤੀ ਹੈ ਜ਼ਰੂਰ ਪੂਰਾ ਕਰਾਂਗੇ। ਸੋ ਜਦੋਂ ਅਸੀਂ ਇਸ ਧਰਤੀ ਤੇ ਹੱਲਾ ਬੋਲੀਏ ਤਾਂ ਤੂੰ ਇਹ ਲਾਲ ਧਾਗਾ ਨਿਸ਼ਾਨੀ ਦੇ ਤੌਰ ਤੇ ਇਸ ਖਿੜਕੀ ਦੇ ਸਿਰੇ ਤੇ ਬੰਨ੍ਹ ਦੇਣਾ, ਜਿਸ ਵਿੱਚੋਂ ਦੀ ਤੂੰ ਸਾਨੂੰ ਬਾਹਰ ਉਤਾਰਿਆ ਹੈ। ਫਿਰ ਤੂੰ ਇਸ ਘਰ ਦੇ ਅੰਦਰ ਆਪਣੇ ਘਰ ਦੇ ਸਭ ਲੋਕਾਂ ਨੂੰ, ਪਿਤਾ, ਮਾਤਾ, ਭਰਾ, ਭੈਣਾਂ ਆਦਿ ਨੂੰ ਇਕੱਠੇ ਕਰ ਲੈਣਾ। ਜੇਕਰ ਉਹਨਾਂ ਵਿੱਚੋਂ ਉਸ ਸਮੇਂ ਕੋਈ ਬਾਹਰ ਗੜੀ ਵਿੱਚ ਜਾਵੇਗਾ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਦਾਰ ਆਪ ਹੋਵੇਗਾ। ਪਰ ਜੇਕਰ ਤੇਰੇ ਨਾਲ ਰਹਿ ਰਹੇ ਲੋਕਾਂ ਵਿੱਚੋਂ ਕੋਈ ਮਰੇ ਤਾਂ ਉਸ ਦੀ ਜ਼ਿੰਮੇਦਾਰੀ ਸਾਡੇ ਤੇ ਹੋਵੇਗੀ। ਜੇਕਰ ਸਾਡਾ ਭੇਦ ਕਿਸੇ ਉੱਤੇ ਖੋਲੇਂਗੀ ਤਾਂ ਅਸੀਂ ਆਪਣੀ ਇਸ ਪ੍ਰਤਿਗਿਆ ਤੋਂ ਬਰੀ ਹੋਵਾਂਗੇ। ਰਾਹਾਬ ਨੇ ਉਹਨਾਂ ਨੂੰ ਕਿਹਾ, ਮੈਂ ਸਭ ਕੁਝ ਤੁਹਾਡੇ ਕਹੇ ਅਨੁਸਾਰ ਕਰਾਂਗੀ। ਉਸਨੇ ਉਹਨਾਂ ਦੇ ਚਲੇ ਜਾਣ ਦੇ ਪਿੱਛੋਂ ਲਾਲ ਧਾਗਾ ਉਸ ਖਿੜਕੀ ਦੇ ਸਿਰੇ ਤੇ ਬੰਨ੍ਹ ਦਿੱਤਾ। ਤਦ ਉਹ ਦੋਵੇਂ ਜਾਸੂਸ ਉੱਥੋਂ ਪਹਾੜੀਆਂ ਵੱਲ ਚਲੇ ਗਏ, ਜਿੱਥੇ ਉਹ 3 ਦਿਨਾਂ ਤੱਕ ਲੁਕੇ ਰਹੇ। ਇਸ ਲਈ ਰਾਜਾ ਦੇ ਸੰਦੇਸ਼ਵਾਹਕਾਂ ਨੇ ਸਾਰੇ ਦੇਸ਼ ਭਰ ਵਿੱਚ ਉਹਨਾਂ ਦੀ ਖੋਜ ਕੀਤੀ, ਪਰ ਉਹਨਾਂ ਨੂੰ ਕੁਝ ਨਾ ਮਿਲਿਆ। ਇਸ ਦੇ ਪਿੱਛੋਂ ਉਹ ਦੋਵੇਂ ਜਾਸੂਸ ਪਹਾੜੀਆਂ ਵਿੱਚੋਂ ਨਿਕਲੇ ਅਤੇ ਜਰਦਨ ਦਰਿਆ ਨੂੰ ਪਾਰ ਕਰਕੇ ਵਾਪਸ ਯਹੋਸ਼ੂਆ ਕੋਲ ਜਾ ਕੇ ਸਭ ਕੁਝ ਉਸਨੂੰ ਦੱਸਿਆ। ਉਹਨਾਂ ਨੇ ਯਹੋਸ਼ੂਆ ਨੂੰ ਕਿਹਾ, ਸੱਚਮੁੱਚ ਪ੍ਰਭੂ ਨੇ ਉਹ ਸਾਰੀ ਧਰਤੀ ਸਾਨੂੰ ਦੇ ਦਿੱਤੀ ਹੈ। ਉੱਥੋਂ ਦੇ ਸਭ ਲੋਕ ਸਾਡੇ ਤੋਂ ਡਰੇ ਹੋਏ ਹਨ। ਆਮੀਨ। ਸੋ ਹੁਣ ਅਗਰ ਅਸੀਂ ਦੇਖੀਏ ਤਾਂ ਲਾਲ ਧਾਗੇ ਦੀ ਗੱਲ ਹੁੰਦੀ ਪਈ ਹੈ, ਲਹੂ ਦੀ ਗੱਲ ਹੁੰਦੀ ਪਈ, ਉਸ ਦਾ ਬਚਾਅ ਵੀ ਉਸ ਲਹੂ ਦੇ ਨਾਲ ਹੋਇਆ। ਉਹਨਾਂ ਨੇ ਉਸਨੂੰ ਲਾਲ ਧਾਗਾ ਦਿੱਤਾ। ਕੋਈ ਵੀ ਰੰਗ ਹੋਰ ਵੀ ਹੋ ਸਕਦਾ ਸੀ, ਕਾਲਾ ਵੀ ਹੋ ਸਕਦਾ ਸੀ, ਲੇਕਿਨ ਨਹੀਂ। ਇੱਥੇ ਪ੍ਰਭੂ ਨੇ ਸਾਨੂੰ ਜਿਹੜੀ ਚੀਜ਼ ਦਿਖਾਈ ਆ ਉਹ ਇਹ ਆ
ਤੇ ਲਹੂ ਦੇ ਵਿੱਚ ਹੀ ਬਚਾ ਹੈ। ਸੋ ਉਸਨੇ ਉਹ ਜਿਹੜਾ ਧਾਗਾ ਜਾਂ ਉਹ ਰੱਸੀ ਜੋ ਵੀ ਸੀਗੀ ਉਸਨੇ ਉਹ ਬੰਨ ਦਿੱਤੀ, ਦਰਵਾਜ਼ੇ ਤੇ ਬੰਨ ਦਿੱਤੀ। ਜਿਸ ਤਰ੍ਹਾਂ ਦਰਵਾਜ਼ੇ ਤੇ ਲਹੂ ਲਾਇਆ ਗਿਆ ਸੀ ਉਸੇ ਤਰ੍ਹਾਂ ਉਹ ਰੱਸੀ ਬੰਨੀ ਗਈ, ਔਰ ਉਹ ਉਸਦੇ ਲਈ ਉਸਦੇ ਬਚਾਅ ਦੀ ਗਰੰਟੀ ਸੀ। ਤੂੰ ਤੇ ਤੇਰਾ ਘਰਾਨਾ ਨਜਾਤ ਪਾਉਂਗੇ। ਤੂੰ ਭਰੋਸਾ ਕਰ, ਤੂੰ ਤੇ ਤੇਰਾ ਘਰਾਨਾ ਨਜਾਤ ਪਾਉਂਗੇ। ਇਹ ਜਿਹੜੀ ਵਰਸ ਆ ਉਹ ਇੱਥੋਂ ਆਈ। ਸੋ ਉਸਨੇ ਪਹਿਲਾਂ ਹੀ ਪ੍ਰਭੂ ਦੇ ਉੱਤੇ ਭਰੋਸਾ ਕੀਤਾ ਹੈ। ਉਸਨੇ ਪਹਿਲਾਂ ਹੀ ਕਹਿ ਦਿੱਤਾ ਹੈਗਾ ਕਿ ਤੁਹਾਡਾ ਪ੍ਰਭੂ ਜਿਉਂਦਾ ਪ੍ਰਭੂ ਹੈ, ਔਰ ਤੁਹਾਡਾ ਜਿਹੜਾ ਪ੍ਰਭੂ ਆ ਉਹ ਤੁਹਾਨੂੰ ਇੱਥੇ ਤੱਕ ਲੈ ਕੇ ਆਇਆ, ਔਰ ਉਸਦੇ ਭੈ ਦੇ ਨਾਲ ਅਸੀਂ ਸਾਰੇ ਕੰਬੇ ਪਏ। ਉਸਨੇ ਆਲਰੇਡੀ ਉਸ ਪ੍ਰਭੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਇੱਕ ਜਗ੍ਹਾ ਦੇ ਦਿੱਤੀ ਹੈ ਕਿ ਜਿਉਂਦਾ ਪਰਮੇਸ਼ਵਰ ਉਹ ਹੀ ਹੈ। ਬੇਸ਼ੱਕ ਉਸਨੂੰ ਹਾਲੇ ਜ਼ਿਆਦਾ ਨਹੀਂ ਪਤਾ, ਲੇਕਿਨ ਇਹ ਚੀਜ਼ ਉਸਨੇ ਮੰਨ ਲਈ, ਔਰ ਪ੍ਰਭੂ ਨੇ ਵੀ ਉਸਨੂੰ ਨਿਸ਼ਾਨੀ ਦੇ ਦਿੱਤੀ। ਉਸਨੇ ਲਾਲ ਧਾਗਾ ਬੰਨਿਆ ਔਰ ਉਹਨਾਂ ਨੂੰ ਦੱਸਿਆ ਕਿ 3 ਦਿਨ ਜਾ ਕੇ ਲੁਕੇ ਰਹੋ, ਔਰ ਫਿਰ ਤੁਸੀਂ ਜਾਣਾ, ਔਰ ਫਿਰ ਜਾ ਕੇ ਤੁਸੀਂ ਜੋ ਪ੍ਰਭੂ ਤੁਹਾਨੂੰ ਤੁਹਾਡਾ ਲੀਡ ਕਰੇ ਉਸੇ ਤਰ੍ਹਾਂ ਕਰਨਾ, ਕਿਉਂਕਿ ਉਦੋਂ ਤੱਕ ਜਿਹੜੇ ਸੂਏ ਆ ਉਹਨਾਂ ਨੇ ਵਾਪਸ ਆ ਜਾਣਾ। ਜਿਹੜੇ ਤੁਹਾਨੂੰ ਲੱਭਦੇ ਫਿਰਦੇ ਆ, ਗਾਰਡਸ ਲੱਭਦੇ ਫਿਰਦੇ, ਉਹਨਾਂ ਨੇ ਉਦੋਂ ਤੱਕ ਵਾਪਸ ਆ ਜਾਣਾ। ਸੋ ਇੱਥੇ ਅਸੀਂ ਉਹ 2 ਚੀਜ਼ਾਂ ਦੇਖਦੇ ਪਏ ਹਾਂ ਜਿਹੜੀਆਂ ਪ੍ਰਭੂ ਨੇ ਉਸ ਵੈਸ਼ਵਾ ਦੇ ਨਾਲ ਕਰਦਾ। ਇਹ ਇੱਕ ਖਾਸ ਚੀਜ਼ ਆ, ਕੋਈ ਜ਼ਰੂਰੀ ਨਹੀਂ ਸੀ ਉੱਥੇ ਸੂਏ ਕਰਨੀ। ਪ੍ਰਭੂ ਨੇ ਜੋ ਕਰਨਾ ਸੀ ਪ੍ਰਭੂ ਨੇ ਤਾਂ ਕਰਨਾ ਹੀ ਸੀਗਾ, ਲੇਕਿਨ ਉਸ ਸ਼ਹਿਰ ਦਾ ਜਿਹੜਾ ਲੀਸਟ ਛੋਟੇ ਤੋਂ ਛੋਟਾ, ਜਿਸ ਤਰ੍ਹਾਂ ਅਸੀਂ ਦੇਖਿਆ ਤੇ ਘਟੀਆ ਘਿਰਣਾਯੋਗ ਜਿਹੜਾ ਘਰਾਨਾ ਆ, ਉਸ ਨੂੰ ਪ੍ਰਭੂ ਨੇ ਬਚਾਇਆ। ਉਸ ਨੂੰ ਪ੍ਰਭੂ ਨੇ ਬਚਾਇਆ, ਔਰ ਉਸ ਨੂੰ ਪ੍ਰਭੂ ਨੇ, ਜਿੱਦਾਂ ਅਸੀਂ ਕੱਲ ਦੇਖਿਆ ਸੀ, ਆਪਣੀ ਜਿਹੜੀ ਜਨਮ ਦੀ ਸੂਚੀ ਆ ਉਸ ਦੇ ਵਿੱਚ ਜਗ੍ਹਾ ਦਿੱਤੀ। ਪ੍ਰਭੂ ਯਿਸੂ ਮਸੀਹ ਨੇ ਉਸ ਦੇ ਵਿੱਚ ਉਸ ਨੂੰ ਜਗ੍ਹਾ ਦਿੱਤੀ। ਔਰਤ ਦਾ ਮਾਣ ਪ੍ਰਭੂ ਨੇ ਹਮੇਸ਼ਾ ਕੀਤਾ, ਔਰ ਇਹ ਜਿਹੜਾ ਮਾਣ ਭਰੀ ਜਗ੍ਹਾ ਆ, ਯਾਦ ਰੱਖੋ, ਇਨਸਾਨ ਕੁਛ ਵੀ ਦੇਣ ਨੂੰ ਤਿਆਰ ਹੋ ਜਾਊਗਾ ਜੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਕਿਸੇ ਤਰ੍ਹਾਂ ਪ੍ਰਭੂ ਦੇ ਜਨਮ ਦੀ ਸੂਚੀ ਵਿੱਚ ਆ ਜਾਵਾਂ। ਕੁਛ ਵੀ ਕਰਨ ਦੇ ਲਈ ਤਿਆਰ ਹੋ ਸਕਦਾ ਸੀ, ਲੇਕਿਨ ਨਹੀਂ, ਪ੍ਰਭੂ ਨੇ ਚੁਣੇ ਲੋਕ, ਉਸਨੇ ਚੁਣਾਵ ਕੀਤਾ ਔਰ ਆਪਣੇ ਨੇੜੇ ਆ ਲੈਣ ਦਿੱਤਾ, ਔਰ ਫਿਰ ਉਹਨਾਂ ਨੂੰ ਬਰਕਤ ਮਿਲੀ। ਸੋ ਜਿਸ ਲਈ ਅਸੀਂ ਇੱਥੇ ਦੇਖਦੇ ਪਏ ਹਾਂ ਇੱਕ ਬਹੁਤ ਵੱਡੀ ਬਰਕਤ ਪ੍ਰਭੂ ਨੇ ਉਸ ਔਰਤ ਨੂੰ ਦਿੱਤੀ ਜਿਸ ਨੂੰ ਸਭ ਘਿਰਣਾ ਦੀ ਨਜ਼ਰ ਦੇ ਨਾਲ ਦੇਖਦੇ, ਜਿਸ ਨੂੰ ਕੋਈ ਵੀ ਆਪਣੀ ਨਜ਼ਦੀਕੀ ਦੇ ਵਿੱਚ ਨਹੀਂ ਆ ਲੈਣ ਦਿੰਦਾ। ਸਿਰਫ ਹਵਸ ਦਾ ਸ਼ਿਕਾਰ ਆ, ਇੱਕ ਹਵਸ ਦੇ ਲਈ ਉਹਦੇ ਕੋਲ ਲੋਕ ਹੁੰਦੇ, ਲੇਕਿਨ ਪ੍ਰਭੂ ਨੇ ਉਸ ਨੂੰ ਪਿਆਰ ਕੀਤਾ। ਪ੍ਰਭੂ ਨੇ ਉਸ ਨੂੰ ਪਿਆਰ ਕੀਤਾ ਔਰ ਉਸ ਨੂੰ ਤੇ ਉਸਦੇ ਘਰਾਨੇ ਨੂੰ ਬਚਾਇਆ। ਠੀਕ, ਸੋ ਆਓ ਹੁਣ ਅਸੀਂ ਤੀਸਰੇ ਭਾਗ ਦੇ ਵਿੱਚ ਆ ਗਏ। ਤੀਸਰੇ ਭਾਗ ਦੇ ਵਿੱਚ ਅਸੀਂ ਇਸ ਦੀਆਂ ਸਿਰਫ 17 ਆਇਤਾਂ ਇਸ ਨੂੰ ਦੇਖਦੇ। ਮੈਂ ਪੜ੍ਹ ਲੈਣੀ ਪਾਸਟਰ ਜੀ। ਇਜ਼ਰਾਈਲੀ ਲੋਕਾਂ ਦਾ ਜਰਦਨ ਦਰਿਆ ਪਾਰ ਕਰਨਾ। ਅਗਲੀ ਸਵੇਰੇ ਯਹੋਸ਼ੂਆ ਅਤੇ ਸਭ ਇਜ਼ਰਾਈਲੀ ਲੋਕ ਤੜਕੇ ਉੱਠੇ ਅਤੇ ਉਹ ਜਰਦਨ ਦਰਿਆ ਦੇ ਕੰਢੇ ਤੇ ਆ ਗਏ। ਉੱਥੇ ਉਹਨਾਂ ਆਪਣੇ ਡੇਰੇ ਲਾਏ। ਪਰ 3 ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਆਗੂਆਂ ਨੇ ਲੋਕਾਂ ਨੂੰ ਕਿਹਾ, ਜਦੋਂ ਤੁਸੀਂ ਲੇਵੀ ਲੋਕਾਂ ਨੂੰ ਨੇਮ ਦੇ ਸੰਦੂਕ ਲਈ ਜਾਂਦਿਆਂ ਦੇਖੋ ਤਾਂ ਤੁਸੀਂ ਵੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਪੈਣਾ। ਤੁਸੀਂ ਪਹਿਲੇ ਇਹ ਰਾਹ ਨਹੀਂ ਦੇਖਿਆ ਹੈ, ਇਸ ਲਈ ਤੁਸੀਂ ਲੇਵੀ ਲੋਕਾਂ ਦੇ ਪਿੱਛੇ ਪਿੱਛੇ ਜਾਣਾ, ਪਰ ਨੇਮ ਦੇ ਸੰਦੂਕ ਦੇ ਲਾਗੇ ਨਾ ਜਾਣਾ, ਸਗੋਂ ਉਸਦੇ ਪਿੱਛੇ ਕੋਈ 1 ਕਿਲੋਮੀਟਰ ਦਾ ਫਾਸਲਾ ਛੱਡ ਕੇ ਚੱਲਣਾ। ਤਦ ਯਹੋਸ਼ੂਆ ਨੇ ਲੋਕਾਂ ਨੂੰ ਕਿਹਾ, ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ, ਕਿਉਂਕਿ ਪ੍ਰਭੂ ਕੱਲ ਤੁਹਾਡੇ ਵਿਚਕਾਰ ਵਿਚਿੱਤਰ ਕੰਮ ਕਰੇਗਾ। ਉਸਨੇ ਲੇਵੀ ਲੋਕਾਂ ਨੂੰ ਕਿਹਾ, ਤੁਸੀਂ ਨੇਮ ਦਾ ਸੰਦੂਕ ਚੁੱਕ ਕੇ ਲੋਕਾਂ ਦੇ ਅੱਗੇ ਅੱਗੇ ਚੱਲੋ। ਸੋ ਲੇਵੀ ਲੋਕ
ਲੋਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ ਅੱਗੇ ਚੱਲੇ। ਫਿਰ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਅੱਜ ਤੋਂ ਮੈਂ ਤੈਨੂੰ ਆਪਣੇ ਲੋਕਾਂ ਵਿੱਚ ਉੱਚਾ ਕਰਨਾ ਸ਼ੁਰੂ ਕਰਾਂਗਾ। ਇਸ ਤੋਂ ਇਹ ਲੋਕ ਜਾਣਨਗੇ ਕਿ ਮੈਂ ਤੇਰੇ ਨਾਲ ਉਸੇ ਤਰ੍ਹਾਂ ਹਾਂ ਜਿਸ ਤਰ੍ਹਾਂ ਮੂਸਾ ਦੇ ਨਾਲ ਸਾਂ। ਤੂੰ ਲੇਵੀ ਲੋਕਾਂ ਨੂੰ ਇਹ ਆਗਿਆ ਦੇ, ਤੁਸੀਂ ਜਰਦਨ ਦਰਿਆ ਦੇ ਕੰਢੇ ਤੇ ਪਾਣੀ ਦੇ ਕੋਲ ਜਾ ਕੇ ਚੁੱਪਚਾਪ ਖੜੇ ਹੋ ਜਾਣਾ। ਤਦ ਯਹੋਸ਼ੂਆ ਨੇ ਇਜ਼ਰਾਈਲੀ ਲੋਕਾਂ ਨੂੰ ਕਿਹਾ, ਤੁਸੀਂ ਆ ਕੇ ਸੁਣੋ ਕਿ ਪ੍ਰਭੂ ਦੀ ਤੁਹਾਡੇ ਲਈ ਕੀ ਆਗਿਆ ਹੈ। ਇਸ ਤੋਂ ਅੱਗੇ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿਚਕਾਰ ਰਹਿ ਰਿਹਾ ਹੈ। ਉਹੀ ਤੁਹਾਡੇ ਸਾਹਮਣਿਓਂ ਇਹਨਾਂ ਸਭ ਲੋਕਾਂ, ਕਨਾਨੀਆਂ, ਹਿੱਤੀਆਂ, ਹਿਵੀਆਂ, ਫਰਿਜੀਆਂ, ਗਿਰਗਾਸੀਆਂ, ਅਮੋਰੀਆਂ ਤੇ ਜਬੂਸੀਆਂ ਨੂੰ ਕੱਢੇਗਾ। ਸਭ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਜਰਦਨ ਦਰਿਆ ਦੇ ਵਿੱਚੋਂ ਦੀ ਤੁਹਾਡੇ ਸਾਹਮਣੇ ਪਾਰ ਕਰੇਗਾ। ਤੁਸੀਂ ਆਪਣੇ 12 ਕਬੀਲਿਆਂ ਵਿੱਚੋਂ 12 ਆਦਮੀ, ਅਰਥਾਤ ਹਰ ਕਬੀਲੇ ਵਿੱਚੋਂ ਇੱਕ ਆਦਮੀ ਚੁਣ ਲਵੋ। ਤੁਸੀਂ ਦੇਖੋਗੇ ਕਿ ਜਦੋਂ ਨੇਮ ਦਾ ਸੰਦੂਕ ਚੁੱਕਣ ਵਾਲੇ ਲੇਵੀ ਲੋਕਾਂ ਦੇ ਪੈਰ ਜਰਦਨ ਦਰਿਆ ਦੇ ਪਾਣੀ ਵਿੱਚ ਪੈਣਗੇ ਤਾਂ ਜਰਦਨ ਆਪਣੇ ਆਪ ਵਗਣਾ ਬੰਦ ਹੋ ਜਾਵੇਗਾ। ਉਸ ਦਾ ਪਾਣੀ ਇੱਕ ਥਾਂ ਢੇਰ ਦੇ ਰੂਪ ਵਿੱਚ ਇਕੱਠਾ ਹੋ ਜਾਵੇਗਾ। ਸੋ ਲੇਵੀ ਲੋਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਅੱਗੇ ਅੱਗੇ ਚੱਲੇ ਅਤੇ ਸਭ ਇਜ਼ਰਾਈਲੀ ਲੋਕ ਉਹਨਾਂ ਦੇ ਪਿੱਛੇ ਪਿੱਛੇ। ਫਸਲਾਂ ਦੀਆਂ ਵਾਢੀਆਂ ਸਮੇਂ ਜਰਦਨ ਦਰਿਆ ਦਾ ਪਾਣੀ ਉਸਦੇ ਕੰਢਿਆਂ ਤੱਕ ਪਹੁੰਚ ਜਾਂਦਾ ਸੀ। ਇਸ ਲਈ ਜਦੋਂ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਪ੍ਰੋਫਤਾਂ ਦੇ ਪੈਰ ਜਰਦਨ ਦਰਿਆ ਦੇ ਪਾਣੀ ਵਿੱਚ ਪਏ ਤਾਂ ਦਰਿਆ ਦਾ ਪਾਣੀ ਆਦਾਮ ਸ਼ਹਿਰ ਦੇ ਲਾਗੇ ਜੋ ਸਾਰਥਨ ਦੇ ਕੋਲ ਹੈ ਆਪਣੇ ਆਪ ਰੁਕ ਗਿਆ ਅਤੇ ਇੱਕ ਢੇਰ ਦੇ ਰੂਪ ਵਿੱਚ ਇਕੱਠਾ ਹੋ ਗਿਆ। ਇਸ ਤਰ੍ਹਾਂ ਖਾਰੇ ਸਾਗਰ ਵੱਲ ਵਗਦਾ ਪਾਣੀ ਬਿਲਕੁਲ ਵੱਖ ਹੋ ਗਿਆ। ਇਸ ਲਈ ਲੋਕਾਂ ਨੇ ਯਰੀਹੋ ਦੇ ਬਿਲਕੁਲ ਸਾਹਮਣੇ ਪਾਸੇ ਜਰਦਨ ਦਰਿਆ ਨੂੰ ਪਾਰ ਕੀਤਾ। ਜਿਸ ਸਮੇਂ ਇਜ਼ਰਾਈਲੀ ਲੋਕ ਜਰਦਨ ਦੇ ਵਿੱਚੋਂ ਦੀ ਸੁੱਕੀ ਧਰਤੀ ਤੋਂ ਹੋ ਕੇ ਪਾਰ ਲੰਘ ਰਹੇ ਸਨ ਤਾਂ ਉਸ ਸਮੇਂ ਪ੍ਰੋਹਤ ਲੋਕ ਨੇਮ ਦੇ ਸੰਦੂਕ ਨੂੰ ਚੁੱਕੀ ਸੁੱਕੀ ਧਰਤੀ ਤੇ ਜਰਦਨ ਦਰਿਆ ਦੇ ਵਿਚਕਾਰ ਖੜੇ ਸਨ। ਇਸ ਤਰ੍ਹਾਂ ਸਭ ਇਜ਼ਰਾਈਲੀ ਲੋਕ ਦਰਿਆ ਦੇ ਦੂਜੇ ਪਾਸੇ ਲੰਘ ਗਏ। ਸੋ ਇਹ ਜਿਹੜਾ ਸਾਲ ਬਾਅਦ ਫਲੱਡ ਆਉਂਦਾ ਸੀਗਾ, ਇਹ ਵਾਢੀ ਦੇ ਦਿਨ ਬੇਸਿਕਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਪ੍ਰੈਲ ਮਈ ਦਾ ਸਮਾਂ 1422 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਉੱਥੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਲੇਕਿਨ ਜਿਹੜੀ ਮੇਨ ਚੀਜ਼ ਆ ਉਹ ਇਹ ਆ, ਪ੍ਰਭੂ ਨੇ ਕਿਹਾ ਕਿ ਮੈਂ ਤੈਨੂੰ ਹੁਣ ਉੱਚਾ ਕਰਨਾ ਸ਼ੁਰੂ ਕਰੂੰਗਾ। ਮੈਂ ਹੁਣ ਤੈਨੂੰ ਉੱਚਾ ਕਰਨਾ ਸ਼ੁਰੂ ਕਰੂੰਗਾ। ਇਹ ਪ੍ਰਭੂ ਦਾ ਕੰਮ। ਸੋ ਉਸਨੇ ਕਿਹਾ ਕਿ ਤੂੰ ਲੇਵੀ ਲੋਕਾਂ ਨੂੰ ਕਹਿ ਕਿ ਨੇਮ ਦਾ ਸੰਦੂਕ ਲੈ ਕੇ ਅੱਗੇ ਜਾ। ਔਰ ਜਿੱਦਾਂ ਹੀ ਉਹਨਾਂ ਨੇ ਪਾਣੀ ਦੇ ਵਿੱਚ ਪੈਰ ਰੱਖਿਆ, ਪਾਣੀ ਖੜ ਗਿਆ। ਬਿਲਕੁਲ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਲਾਲ ਸਾਗਰ ਦੇ ਉੱਤੇ ਪ੍ਰਭੂ ਨੇ ਇੱਕ ਵੱਡਾ ਚਮਤਕਾਰ ਕੀਤਾ ਸੀ ਤੇ ਆਪਣੇ ਲੋਕਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਇਆ ਸੀ। ਔਰ ਇਹਨਾਂ ਦੇ ਵਿੱਚੋਂ ਜਿਹੜੇ ਉਸ ਸਮੇਂ 20 ਸਾਲ ਤੋਂ ਘੱਟ ਸੀਗੇ, ਉਹਨਾਂ ਨੇ ਉਹ ਮਿਰਾਕਲ ਦੇਖਿਆ ਸੀ। ਪਰ ਜਿਹੜੇ ਉਜਾੜ ਦੇ ਵਿੱਚ ਬੱਚੇ ਪੈਦਾ ਹੋਏ ਸੀਗੇ, ਉਹਨਾਂ ਨੇ ਉਹ ਮਿਰਾਕਲ ਨਹੀਂ ਦੇਖਿਆ ਸੀ। ਔਰ ਪ੍ਰਭੂ ਨੇ ਇੱਕ ਵਾਰੀ ਤਾਜ਼ਾ ਕੀਤਾ ਸਾਰਾ ਕੁਝ ਉਹਨਾਂ ਦੇ ਲਈ, ਇੱਕ ਰਿਫਰੈਸ਼ਮੈਂਟ ਇਹ ਦਿੱਤੀ। ਔਰ ਦੂਸਰਾ, ਪ੍ਰਭੂ ਨੇ ਜਾਸ਼ੂਆ ਨੂੰ ਕੌਮ ਦੇ ਵਿੱਚ ਉੱਚਾ ਚੁੱਕਿਆ। ਲੋਕਾਂ ਦੀ ਨਜ਼ਰ ਹੁਣ ਮੂਸਾ ਤੋਂ ਪਰੇ ਹੋ ਗਈ। ਹੁਣ ਸਾਰਿਆਂ ਦਾ ਧਿਆਨ ਜਿਹੜਾ ਉਹ ਜਾਸ਼ੂਆ ਦੇ ਵੱਲ ਲੱਗਾ ਹੈ। ਔਰ ਪ੍ਰਭੂ ਨੇ ਉਹਨਾਂ ਨੂੰ ਪਤਾ ਕਿ ਇਸ ਦੇ ਨਾਮ ਦਾ ਕੀ ਮਤਲਬ ਆ, ਯਹੋਵਾ ਜੋ ਸਾਨੂੰ ਆਜ਼ਾਦੀ ਦਿੰਦਾ, ਯਹੋਵਾ ਜੋ ਸਾਡੀ ਮੁਕਤੀ ਆ, ਯਹੋਵਾ ਜੋ ਸਾਡੀ ਬਰਕਤ ਆ। ਬਹੁਤ ਸਾਰੇ ਇਸ ਸ਼ੁਆ ਦੇ ਪਿੱਛੇ ਬਹੁਤ ਸਾਰੇ ਇਹ ਚੀਜ਼ਾਂ ਉਸਦੇ ਮਤਲਬ ਕਿੰਨੇ ਨਿਕਲਦੇ। ਲੇਕਿਨ ਪ੍ਰਭੂ ਨੇ ਉਸ ਨੂੰ ਕਿਹਾ ਕਿ ਹੁਣ ਤੈਨੂੰ ਮੈਂ ਉੱਚਾ ਕਰੂੰਗਾ। ਐਂਡ ਹੀ ਡਿਡ। ਉਹੀ ਮਿਰਾਕਲ ਹੋਇਆ। ਔਰ ਜਿੱਥੇ ਉਹ ਪਾਣੀ ਖੜ ਗਿਆ, ਉਸ ਤੋਂ ਗਾਂ ਜਿਹੜਾ ਦਰਿਆ ਜਿਹੜਾ ਵਗ ਕੇ ਉਹ ਸਮੁੰਦਰ ਵੱਲ ਨੂੰ ਚਲਾ ਗਿਆ। ਸੋ ਦੂਰ ਦੂਰ ਤੱਕ ਜਿਹੜੀ ਹੁਣ ਸੁੱਕੀ ਧਰਤੀ ਆ, ਸੋ ਇਜ਼ਰਾਈਲੀਆਂ ਨੇ ਉਹਦੇ ਉੱਤੋਂ ਦੀ ਪਾਰ ਕਰਕੇ ਦੂਜੇ ਪਾਸੇ ਦੀ ਉਹ ਨਿਕਲ ਗਏ। ਹੁਣ ਉਹ ਜਰਦਨ ਪਾਰ ਕਰ ਗਏ। ਹੁਣ ਉਹ ਵਾਅਦੇ ਦੀ ਧਰਤੀ ਦੇ ਉੱਤੇ ਆ ਗਏ। ਵਾਅਦੇ ਦੀ ਧਰਤੀ ਤੇ ਉਹ ਉਹਨਾਂ ਨੇ ਪੈਰ ਜਿੱਦਣ ਰੱਖਿਆ, ਉਹ ਅਪ੍ਰੈਲ ਦਾ ਮਹੀਨਾ ਸੀ ਔਰ ਮਸੀਹ ਦੇ ਆਉਣ ਤੋਂ 1422 ਸਾਲ ਪਹਿਲਾਂ। ਬਿਲਕੁਲ ਪ੍ਰਭੂ ਨੇ ਜੋ ਟਾਈਮ ਲਾਈਨ ਉਹਨਾਂ ਨੂੰ ਦਿੱਤੀ ਸੀ, ਜੋ ਉਸਨੇ ਅਬਰਾਹਮ ਨੂੰ ਟਾਈਮ ਲਾਈਨ ਦਿੱਤੀ ਸੀ,
ਬਿਲਕੁਲ ਉਸੇ ਟਾਈਮਲਾਈਨ ਤੇ ਉਹਨਾਂ ਨੇ ਕਨਾਨ ਦੀ ਧਰਤੀ ਤੇ ਪੈਰ ਰੱਖਿਆ, ਜਿਸ ਕਨਾਨ ਦੀ ਧਰਤੀ ਨੂੰ ਅਬਰਾਹਮ ਨੂੰ ਉਸਨੇ ਦਿਖਾਇਆ ਸੀ, ਘੁਮਾ ਫਿਰਾ ਕੇ ਦਿਖਾਇਆ ਸੀ, ਔਰ ਉਸਨੇ ਸਾਰੀ ਧਰਤੀ ਦੇਖੀ ਸੀ ਅਬਰਾਹਮ ਨੇ ਘੁੰਮ ਫਿਰ ਕੇ, ਔਰ ਫਿਰ ਉਸਨੂੰ ਕਿਹਾ ਸੀ ਕਿ ਸਾਰੀ ਧਰਤੀ ਮੈਂ ਤੇਰੀ ਸੰਤਾਨ ਨੂੰ ਦਊਂਗਾ। ਔਰ ਉਸ ਵੇਲੇ ਉਸਦਾ ਕੋਈ ਬੱਚਾ ਵੀ ਹੈ ਨਹੀਂ ਸੀ, ਉਹਦੇ ਕੋਲ ਇੱਕ ਵੀ ਨਹੀਂ ਸੀ, ਇਸ਼ਮਾਇਲ ਵੀ ਨਹੀਂ ਹੋਇਆ ਸੀ। ਉਸ ਵੇਲੇ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਉਸਨੂੰ ਦਿਖਾਈਆਂ ਸੀ। ਔਰ ਅੱਜ ਅਬਰਾਹਮ ਦੀ ਜਿਹੜੀ ਸੰਤਾਨ ਆ, ਉਹ ਉਸ ਦੇਸ਼ ਤੇ ਕਬਜ਼ਾ ਕਰਨ ਦੇ ਲਈ ਆ ਰਹੀ ਹੈ। ਪ੍ਰਭੂ ਆਪਣਾ ਵਾਅਦਿਆਂ ਦਾ ਪਰਮੇਸ਼ਵਰ, ਆਪਣੇ ਵਾਅਦੇ ਪੂਰੇ ਕਰਦਾ ਹੈ, ਆਪਣੇ ਵਾਅਦੇ ਉਹ ਕਦੀ ਨਹੀਂ ਛੱਡਦਾ। ਸੋ ਧਰਤੀ ਦੇ ਉੱਤੇ ਜਿਹੜਾ ਦੂਸਰਾ ਨੇਮ ਉਸਨੇ ਬੰਨਿਆ, ਬਹੁਤੇ ਪੁਰਾਣੇ ਨੇਮ ਨੂੰ ਪਹਿਲਾ ਨੇਮ ਕਹਿੰਦੇ ਹਨ, ਉਸ ਨਾਲ ਪਹਿਲਾ ਨੇਮ ਸਾਨੂੰ ਅਦਨ ਦੇ ਬਾਗ ਦੇ ਵਿੱਚ ਦਿੱਤਾ ਗਿਆ, ਔਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪੂਰਾ ਹੋਇਆ। ਦੂਸਰਾ ਨੇਮ ਜਿਹੜਾ ਉਹ ਅਬਰਾਹਮ ਨੂੰ ਦਿੱਤਾ ਗਿਆ, ਫॉर ਐਗਜ਼ਾਮਪਲ ਪ੍ਰਭੂ ਨੇ ਧਰਤੀ ਤੇ ਕੁਝ ਕਰਕੇ ਦਿਖਾਇਆ ਕਿ ਅਸੀਂ ਉਹਦਾ ਭਰੋਸਾ ਕਰ ਸਕੀਏ ਕਿ ਹਾਂ ਪ੍ਰਭੂ ਨੇ ਧਰਤੀ ਤੇ ਇਹ ਕੰਮ ਪਹਿਲਾਂ ਕੀਤਾ। ਸੋ ਅਸੀਂ ਜੇ ਨਹੀਂ ਮੰਨਦੇ ਤਾਂ ਦੇਖ ਕੇ ਅਣਡਿੱਠ ਕਰਦੇ ਹਾਂ। ਫਿਰ ਅਸੀਂ ਪ੍ਰਭੂ ਨੇ ਅੱਜ ਸਾਰੀ ਧਰਤੀ ਦੇ ਉੱਤੇ ਜਿਹੜਾ ਅੱਜ ਵੀ ਇਜ਼ਰਾਈਲ ਉਸੇ ਇਲਾਕੇ ਦੇ ਵਿੱਚ ਬਸਿਆ ਆ, ਜਿਹੜੇ ਇਲਾਕੇ ਦੇ ਵਿੱਚ ਪ੍ਰਭੂ ਨੇ ਜਾ ਕੇ ਉਹਨਾਂ ਨੂੰ ਬਸਾਇਆ ਸੀ। ਆਲੇ ਦੁਆਲੇ ਦੀਆਂ ਕੌਮਾਂ ਦੇ ਕਈ ਧਰਮ ਬਦਲ ਗਏ, ਕਈ ਕੁਛ ਹੋ ਗਿਆ, ਲੇਕਿਨ ਇਜ਼ਰਾਈਲ ਅੱਜ ਵੀ ਉਸੇ ਯਹੋਵਾ ਪਰਮੇਸ਼ਵਰ ਦੀ ਉਸ ਯਹਵੇ ਨੂੰ ਉਹ ਉਸੇ ਤਰ੍ਹਾਂ ਉੱਚਾ ਚੁੱਕਦੇ ਪਏ। ਔਰ ਪ੍ਰਭੂ ਨੇ ਜਿਸ ਤਰ੍ਹਾਂ ਕਿਹਾ ਸੀਗਾ ਕਿ ਮੰਦਿਰ ਸੀ ਉਹਨਾਂ ਕੋਲ, ਉਸਨੇ ਕਿਹਾ ਸੀ ਇਹਦੀ ਇੱਟ ਤੇ ਇੱਟ ਨਹੀਂ ਆਏਗੀ, ਬਾਕੀ ਉਹਦੀ ਇੱਟ ਤੇ ਇੱਟ ਹੈ ਨਹੀਂ, ਹਾਲੇ ਵੀ ਹੈ ਨਹੀਂ ਇੱਟ ਤੇ। ਸੋ ਇਹ ਪ੍ਰਭੂ ਦਾ ਮਹਾਨਤਾ, ਪ੍ਰਭੂ ਦੇ ਸ਼ਬਦ ਦੀਆਂ ਸੱਚਾਈਆਂ ਆ ਜਿਹੜੀਆਂ ਅਸੀਂ ਦੇਖਦੇ ਪਏ। ਸੋ ਹੁਣ ਉਹ ਦੂਸਰੇ ਪਾਸੇ ਚਲੇ ਗਏ, ਹੁਣ ਉਹਨਾਂ ਨੇ ਯਾਦਗਾਰੀ ਦੇ ਪੱਥਰ ਜਿਹੜੇ ਆ ਉਹ ਉੱਥੇ ਰੱਖਣੇ ਆ। ਸੋ ਮੇਰੇ ਨਾਲ ਚੌਥਾ ਚੈਪਟਰ ਉਸਦੀਆਂ 23 ਆਇਤਾਂ ਆਓ ਉਸਨੂੰ ਦੇਖੋ। ਹਾਂਜੀ ਮੇਰੀ ਗੱਲ। ਯਾਦਗਾਰੀ ਦੇ ਪੱਥਰ। ਸੋ ਜਦੋਂ ਸਭ ਲੋਕ ਜਰਦਨ ਦਰਿਆ ਨੂੰ ਪਾਰ ਕਰ ਗਏ, ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ 12 ਕਬੀਲਿਆਂ ਵਿੱਚੋਂ 12 ਆਦਮੀ ਚੁਣ ਲੈ, ਅਰਥਾਤ ਇੱਕ ਕਬੀਲੇ ਵਿੱਚੋਂ ਇੱਕ ਆਦਮੀ। ਉਹਨਾਂ 12 ਆਦਮੀਆਂ ਨੂੰ ਤੂੰ ਕਹਿ, ਇੱਕ ਇੱਕ ਪੱਥਰ ਉਸ ਥਾਂ ਤੋਂ ਜਿੱਥੇ ਪੁਰੋਹਿਤ ਖੜੇ ਸਨ, ਅਰਥਾਤ ਦਰਿਆ ਦੇ ਵਿਚਕਾਰੋਂ ਚੁੱਕੋ ਅਤੇ ਉਸ ਥਾਂ ਤੇ ਲੈ ਚੱਲੋ ਜਿੱਥੇ ਤੁਸੀਂ ਅੱਜ ਰਾਤ ਕੱਟਣ ਦੇ ਲਈ ਠਹਿਰੋਗੇ। ਤਦ ਯਹੋਸ਼ੂਆ ਨੇ ਇਜ਼ਰਾਈਲੀ ਲੋਕਾਂ ਵਿੱਚੋਂ 12 ਆਦਮੀਆਂ ਨੂੰ ਸੱਦਿਆ, ਅਰਥਾਤ ਹਰ ਕਬੀਲੇ ਵਿੱਚੋਂ ਇੱਕ ਇੱਕ ਆਦਮੀ ਨੂੰ, ਅਤੇ ਉਹਨਾਂ ਨੂੰ ਕਿਹਾ, ਤੁਸੀਂ ਦਰਿਆ ਦੇ ਵਿਚਕਾਰ ਜਾ ਕੇ ਜਿੱਥੇ ਪ੍ਰਭੂ ਤੁਹਾਡੇ ਪਰਮੇਸ਼ਵਰ ਦਾ ਸੰਦੂਕ ਚੁੱਕੀ ਪੁਰੋਹਿਤ ਖੜੇ ਹਨ, ਇੱਕ ਇੱਕ ਪੱਥਰ ਆਪਣੇ ਮੋਢਿਆਂ ਤੇ ਚੁੱਕ ਲਿਆਓ। ਹਰ ਕਬੀਲੇ ਪਿੱਛੋਂ ਇੱਕ ਇੱਕ ਪੱਥਰ, ਅਰਥਾਤ ਕੁੱਲ 12 ਪੱਥਰ ਲੈ ਆਓ। ਇਹ 12 ਪੱਥਰ ਤੁਹਾਡੇ ਲਈ ਅੱਗੇ ਆਉਣ ਵਾਲੇ ਸਮੇਂ ਵਿੱਚ ਚਿੰਨ੍ਹ ਹੋਣਗੇ। ਜਦੋਂ ਤੁਹਾਡੇ ਬੱਚੇ ਪੁੱਛਣ ਕਿ ਇਹਨਾਂ 12 ਪੱਥਰਾਂ ਦਾ ਕੀ ਅਰਥ ਹੈ, ਤਾਂ ਤੁਸੀਂ ਉਹਨਾਂ ਨੂੰ ਉੱਤਰ ਦੇਣਾ, ਜਦੋਂ ਪ੍ਰਭੂ ਦੇ ਨੇਮ ਦਾ ਸੰਦੂਕ ਜਰਦਨ ਦਰਿਆ ਵਿੱਚੋਂ ਦੀ ਲੰਘਿਆ ਸੀ ਤਾਂ ਉਸ ਦਾ ਪਾਣੀ 2 ਹਿੱਸਿਆਂ ਵਿੱਚ ਵੱਖ ਹੋ ਕੇ ਵਗਣਾ ਬੰਦ ਹੋ ਗਿਆ ਸੀ। ਸੋ ਇਹ ਪੱਥਰ ਇਜ਼ਰਾਈਲੀ ਲੋਕਾਂ ਲਈ ਹਮੇਸ਼ਾ ਤੱਕ ਦੀ ਯਾਦਗਾਰੀ ਠਹਿਰਨਗੇ। ਸੋ ਉਹਨਾਂ 12 ਆਦਮੀਆਂ ਨੇ ਯਹੋਸ਼ੂਆ ਦੇ ਕਹੇ ਅਨੁਸਾਰ ਕੀਤਾ। ਉਹਨਾਂ ਨੇ ਇਜ਼ਰਾਈਲ ਦੇ 12 ਕਬੀਲਿਆਂ ਅਨੁਸਾਰ ਜਰਦਨ ਦਰਿਆ ਦੇ ਵਿਚਕਾਰੋਂ 12 ਪੱਥਰ ਚੁੱਕ ਕੇ ਲਿਆਂਦੇ ਅਤੇ ਆਪਣੇ ਡੇਰਿਆਂ ਵਾਲੀ ਥਾਂ ਤੇ ਰੱਖ ਦਿੱਤੇ। ਯਹੋਸ਼ੂਆ ਨੇ 12 ਹੀ ਪੱਥਰ ਜਰਦਨ ਦਰਿਆ ਦੇ ਵਿਚਕਾਰ ਵੀ ਰੱਖੇ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਪੁਰੋਹਿਤ ਖੜੇ ਸਨ। ਪੁਰੋਹਿਤ ਜਰਦਨ ਦਰਿਆ ਦੇ ਵਿਚਕਾਰ ਉਸ ਸਮੇਂ ਤੱਕ ਖੜੇ ਰਹੇ ਜਦੋਂ ਤੱਕ ਉਹ ਸਭ ਕੰਮ ਖਤਮ ਨਾ ਹੋਏ ਜਿਨ੍ਹਾਂ ਬਾਰੇ ਪ੍ਰਭੂ ਨੇ ਯਹੋਸ਼ੂਆ ਦੇ ਦੁਆਰਾ ਲੋਕਾਂ ਨੂੰ ਆਗਿਆ ਦਿੱਤੀ ਸੀ ਅਤੇ ਜੋ ਮੂਸਾ ਨੇ ਯਹੋਸ਼ੂਆ ਨੂੰ ਕਰਨ ਦੇ ਲਈ ਕਿਹਾ ਸੀ। ਲੋਕ ਛੇਤੀ ਛੇਤੀ ਜਰਦਨ ਦਰਿਆ ਦੇ ਦੂਜੇ ਪਾਰ ਲੰਘ ਗਏ। ਲੋਕਾਂ ਦੇ ਲੰਘ ਜਾਣ ਦੇ ਪਿੱਛੋਂ ਪੁਰੋਹਿਤ ਵੀ ਨੇਮ ਦੇ ਸੰਦੂਕ ਨੂੰ ਚੁੱਕੀ ਦੂਜੇ ਪਾਰ ਲੰਘ ਗਏ। ਰੂਬੇਨ ਅਤੇ ਗਾਦ ਦੇ ਕਬੀਲੇ ਦੇ ਲੜਾਕੂ ਅਤੇ ਉਹਨਾਂ ਦੇ ਨਾਲ ਮਨਸ਼ਾ ਦੇ ਅੱਧੇ ਕਬੀਲੇ ਦੇ ਲੜਾਕੂ ਮੂਸਾ ਦੀ ਆਗਿਆ ਅਨੁਸਾਰ ਜਰਦਨ ਦੇ ਦੂਜੇ ਪਾਰ ਬਾਕੀ ਦੇ ਇਜ਼ਰਾਈਲੀਆਂ ਨਾਲ ਗਏ। ਉਸ ਸਮੇਂ ਪ੍ਰਭੂ ਦੇ ਸਾਹਮਣੇ ਕੋਈ 40,000 ਲੜਾਕੂਆਂ ਨੇ ਜਰਦਨ ਦਰਿਆ ਪਾਰ ਕੀਤਾ ਅਤੇ ਉਹ ਯਰੀਹੋ ਦੇ ਮੈਦਾਨ ਵਿੱਚ ਪਹੁੰਚੇ। ਉਸ ਦਿਨ ਪ੍ਰਭੂ ਨੇ ਯਹੋਸ਼ੂਆ ਨੂੰ ਇਜ਼ਰਾਈਲੀ ਲੋਕਾਂ ਵਿੱਚ ਉਚਿਤ ਕੀਤਾ। ਲੋਕ ਉਸ ਤੋਂ ਉਸ ਤਰ੍ਹਾਂ ਡਰਨ ਲੱਗੇ ਜਿਸ ਤਰ੍ਹਾਂ ਉਹ ਮੂਸਾ ਤੋਂ ਡਰਦੇ ਸਨ।
ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ ਨੇਮ ਦਾ ਸੰਦੂਕ ਚੁੱਕਣ ਵਾਲੇ ਪੁਰੋਹਿਤਾਂ ਨੂੰ ਕਹਿ ਕੇ ਉਹ ਵੀ ਦਰਿਆ ਦੇ ਵਿਚਕਾਰੋਂ ਕੰਢੇ ਉੱਤੇ ਆ ਜਾਣ। ਸੋ ਯਹੋਸ਼ੂਆ ਨੇ ਪੁਰੋਹਿਤਾਂ ਨੂੰ ਕਿਹਾ, ਤੁਸੀਂ ਵੀ ਬਾਹਰ ਆ ਜਾਵੋ। ਸੋ ਜਦੋਂ ਪੁਰੋਹਿਤ ਦਰਿਆ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੇ ਬਾਹਰ ਪੈਰ ਰੱਖਦਿਆਂ ਹੀ ਜਰਦਨ ਦਰਿਆ ਦਾ ਪਾਣੀ ਆਪਣੀ ਥਾਂ ਤੇ ਆ ਗਿਆ ਅਤੇ ਕੰਢਿਆਂ ਤੱਕ ਹੋ ਕੇ ਵਗਣ ਲੱਗਾ। ਸੋ ਇਜ਼ਰਾਈਲੀ ਲੋਕ ਪਹਿਲੇ ਮਹੀਨੇ ਦੀ 10ਵੀਂ ਤਰੀਕ ਨੂੰ ਜਰਦਨ ਦਰਿਆ ਤੋਂ ਅੱਗੇ ਵਧੇ ਅਤੇ ਉਹਨਾਂ ਯਰੀਹੋ ਦੇ ਪੂਰਬੀ ਪਾਸੇ ਵੱਲ ਗਿਲਗਾਲ ਦੀ ਥਾਂ ਤੇ ਆਪਣੇ ਡੇਰੇ ਲਾਏ। ਯਹੋਸ਼ੂਆ ਨੇ ਜਰਦਨ ਦਰਿਆ ਵਿੱਚੋਂ ਲਿਆਂਦੇ 12 ਪੱਥਰ ਉੱਥੇ ਗਿਲਗਾਲ ਦੀ ਥਾਂ ਤੇ ਰੱਖ ਦਿੱਤੇ। ਯਹੋਸ਼ੂਆ ਨੇ ਉਹਨਾਂ ਨੂੰ ਕਿਹਾ, ਜਦੋਂ ਤੁਹਾਡੇ ਬੱਚੇ ਤੁਹਾਡੇ ਤੋਂ ਇਹਨਾਂ ਪੱਥਰਾਂ ਦਾ ਅਰਥ ਪੁੱਛਣ ਤਾਂ ਤੁਸੀਂ ਉਹਨਾਂ ਨੂੰ ਦੱਸਣਾ ਕਿ ਜਦੋਂ ਇਜ਼ਰਾਈਲੀ ਲੋਕ ਜਰਦਨ ਦਰਿਆ ਤੋਂ ਪਾਰ ਲੰਘੇ ਸਨ ਤਾਂ ਪ੍ਰਭੂ ਨੇ ਲਾਲ ਸਾਗਰ ਦੇ ਪਾਣੀ ਦੀ ਤਰ੍ਹਾਂ ਜਰਦਨ ਦਰਿਆ ਦਾ ਪਾਣੀ ਉਹਨਾਂ ਦੇ ਪਾਰ ਲੰਘਣ ਤੱਕ ਸੁਕਾ ਦਿੱਤਾ ਸੀ। ਇਸ ਤੋਂ ਧਰਤੀ ਦੇ ਸਭ ਲੋਕ ਜਾਣਨਗੇ ਕਿ ਪ੍ਰਭੂ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਵੀ ਪ੍ਰਭੂ ਆਪਣੇ ਪਰਮੇਸ਼ਰ ਦਾ ਹਮੇਸ਼ਾ ਤੱਕ ਡਰ ਰੱਖੋਗੇ। ਆਮੀਨ। ਸੋ ਹੁਣ ਉਹ ਹੀ ਮਿਰਾਕਲ ਪ੍ਰਭੂ ਨੇ ਦੁਹਰਾਇਆ ਯਾਸ਼ੂਆ ਦੇ ਲਈ। ਮੂਸਾ ਨੇ ਉਸ ਦੇ ਸਿਰ ਦੇ ਉੱਤੇ ਹੱਥ ਰੱਖੇ ਸੀ, ਮੂਸਾ ਨੇ ਉਸ ਨੂੰ ਬਰਕਤ ਦਿੱਤੀ ਸੀ ਔਰ ਉਸ ਤੋਂ ਬਾਅਦ ਮੂਸਾ ਮਰ ਗਿਆ। ਲੇਕਿਨ ਹਾਲੇ ਤੱਕ ਲੋਕ ਉਸ ਨੂੰ ਉਸ ਜਗ੍ਹਾ ਉਸ ਤਰ੍ਹਾਂ ਨਹੀਂ ਦੇਖਦੇ ਪਏ ਸਨ। ਲੇਕਿਨ ਜਿਸ ਵੇਲੇ ਇਹ ਵੱਡਾ ਮਿਰਾਕਲ ਹੋਇਆ ਤਾਂ ਲੋਕਾਂ ਨੇ ਦੇਖ ਲਿਆ ਕਿ ਨਹੀਂ, ਸੱਚਮੁੱਚ ਪ੍ਰਭੂ ਦਾ ਹੱਥ ਹੁਣ ਯਾਸ਼ੂਆ ਦੇ ਨਾਲ। ਪ੍ਰਭੂ ਦਾ ਹੱਥ, ਇਹਦਾ ਜਿਹੜਾ ਪਹਿਲਾ ਨਾਂ ਆ ਹੋਸ਼ਿਆ ਦੇ, ਜਿਸ ਦਾ ਨਾਂ ਪ੍ਰਭੂ ਨੇ ਬਦਲ ਕੇ ਯਸ਼ੂਆ ਰੱਖਿਆ, ਇਸ ਦੇ ਨਾਲ ਉਸਦਾ ਹੱਥ। ਸੋ ਉਸਨੇ ਯਾਦਗਾਰੀ ਦੇ ਪੱਥਰ 12 ਪੱਥਰ ਦਰਿਆ ਦੇ ਗੱਭੇ ਰੱਖੇ ਗਏ। 12 ਪੱਥਰ ਹਰ ਇੱਕ ਕਬੀਲੇ ਦਾ ਇੱਕ ਜਿਹੜਾ ਉਹਨਾਂ ਨੇ ਗਿਲਗਾਲ ਦੇ ਇਲਾਕੇ ਦੇ ਵਿੱਚ ਉਸ ਨੂੰ ਰੱਖਿਆ। ਔਰ ਉਹ ਇੱਕ ਯਾਦਗਾਰੀ ਸੀ ਕਿ ਜਦ ਵੀ ਤੁਹਾਡੇ ਬੱਚੇ ਪੁੱਛਣ ਕਿ ਇਹਨਾਂ ਦਾ ਅਰਥ ਕੀ ਹੈ ਤਾਂ ਤੁਸੀਂ ਦੱਸਣਾ ਕਿ ਸਾਡਾ ਪ੍ਰਭੂ ਪਰਮੇਸ਼ਰ ਸਾਨੂੰ ਕਿੱਦਾਂ ਕੱਢ ਕੇ ਲੈ ਕੇ ਆਇਆ, ਕਿੱਦਾਂ ਸਾਡੇ ਪ੍ਰਭੂ ਨੇ ਬਚਾਇਆ ਸਾਨੂੰ, ਕਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਅਸੀਂ ਆਏ ਸੀ ਔਰ ਕਿਸ ਤਰ੍ਹਾਂ ਪ੍ਰਭੂ ਨੇ ਜਿਸ ਵੇਲੇ ਇਹ ਦਰਿਆਵਾਂ ਦੇ ਪਾਣੀ ਠੰਡੇ ਪੈ ਜਾਂਦੇ ਆ, ਉਸ ਵੇਲੇ ਨਹੀਂ ਪਰ ਜਦੋਂ ਦਰਿਆ ਚੜ੍ਹਿਆ ਸੀ ਉਹਦੇ ਵਿੱਚ ਵੀ ਪ੍ਰਭੂ ਸਾਨੂੰ ਕੱਢ ਕੇ ਲੈ ਕੇ ਆਇਆ ਔਰ ਸਾਰਾ ਪਾਣੀ ਇੱਕ ਥਾਂ ਪ੍ਰਭੂ ਨੇ ਇਕੱਠਾ ਕਰ ਦਿੱਤਾ ਸੀ। ਔਰ ਦਰਿਆ ਦਾ ਜਿਹੜਾ ਸੀਗਾ ਉਸ ਇਲਾਕੇ ਤੋਂ ਲੈ ਕੇ ਯਰੀਹੋ ਦੇ ਜਿਹੜਾ ਲਾਗੇ ਦਾ ਇਲਾਕਾ ਸੀ ਉੱਥੋਂ ਲੈ ਕੇ ਕਾਂ ਤੱਕ ਜਿਹੜਾ ਦਰਿਆ ਉਹ ਸੁੱਕਾ ਸੀ। ਉਹਦੇ ਉੱਥੋਂ ਦੀ ਸਾਰੀ ਕੌਮ ਜਿਹੜੀ ਆ ਉਹ ਗੁਜ਼ਰ ਗਈ, ਸਾਰੀ ਕੌਮ ਉੱਥੋਂ ਲੰਘ ਗਈ ਔਰ ਉਹ ਦੂਸਰੇ ਪਾਸੇ ਆ ਗਈ। ਕੱਲ ਨੂੰ ਅਸੀਂ ਮੈਪ ਵੀ ਦੇਖਾਂਗੇ ਔਰ ਕੱਲ ਨੂੰ ਅਸੀਂ ਇਸ ਦੇ ਬਾਰੇ ਹੋਰ ਵੀ ਦੇਖਾਂਗੇ। ਲੇਕਿਨ ਉਹ 12 ਪੱਥਰ ਜਿਹੜੀ 12 ਕਬੀਲਿਆਂ ਦੀ ਨਿਸ਼ਾਨੀ ਹੈ, ਇੱਕ ਇੱਕ ਕਬੀਲੇ ਦਾ ਇੱਕ ਪੱਥਰ ਉਹਨਾਂ ਨੇ ਗਿਲਗਾਲ ਦੇ ਵਿੱਚ ਲਿਜਾ ਕੇ ਰੱਖ ਦਿੱਤਾ, ਇੱਕ ਯਾਦਗਾਰ ਪ੍ਰਭੂ ਦੀ ਬਰਕਤ ਦੇ ਲਈ। ਪ੍ਰਭੂ ਨੇ ਸਾਨੂੰ ਕਿਸ ਤਰ੍ਹਾਂ ਇੱਥੇ ਲੈ ਕੇ ਆਇਆ। ਜ਼ਬੂਰ 114 ਇੱਥੇ ਆਉਂਦਾ, ਭਜਨ 114 छोटा जा जबूर, आओ उसमें देखिए। ਮੈਂ ਪੜ੍ਹਦਾ ਫਸਟ ਜੀ। ਫਸਾ ਦਿਓ ਤਿਉਹਾਰ ਦਾ ਭਜਨ। ਜਦੋਂ ਇਸਰਾਇਲੀ ਕੌਮ ਮਿਸਰ ਤੋਂ ਨਿਕਲੀ, ਜਦੋਂ ਉਹਨਾਂ ਨੇ ਪਰਾਈ ਧਰਤੀ ਨੂੰ ਛੱਡਿਆ, ਯਹੂਦਾ ਪ੍ਰਭੂ ਦਾ ਪਵਿੱਤਰ ਥਾਂ ਬਣਿਆ ਅਤੇ ਇਸਰਾਇਲ ਉਸ ਦਾ ਰਾਜ ਬਣਿਆ। ਸਮੁੰਦਰ ਦੇਖ ਕੇ ਨੱਠ ਤੁਰਿਆ ਅਤੇ ਜਰਦਨ ਦਰਿਆ ਪਿਛਾਂਹ ਮੁੜ ਗਿਆ। ਪਹਾੜ ਛਤਰਿਆਂ ਵਾਂਗ ਟੱਪੇ ਅਤੇ ਟਿੱਲੇ ਲੇਲਿਆਂ ਵਾਂਗ ਭੁੜਕੇ। ਹੇ ਸਮੁੰਦਰ ਤੂੰ ਕਿਉਂ ਨੱਠ ਤੁਰਿਆ? ਹੇ ਜਰਦਨ ਤੂੰ ਕਿਉਂ ਪਿਛਾਂਹ ਮੁੜਿਆ? ਹੇ ਪਹਾੜੋ ਤੁਸੀਂ ਕਿਉਂ ਛਤਰਿਆਂ ਵਾਂਗ ਟੱਪੇ? ਹੇ ਟਿੱਲਿਓ ਤੁਸੀਂ ਕਿਉਂ ਲੇਲਿਆਂ ਵਾਂਗ ਭੁੜਕੇ? ਹੇ ਧਰਤੀ ਪ੍ਰਭੂ ਦੇ ਸਾਹਮਣੇ ਅਤੇ ਯਾਕੂਬ ਦੇ ਪਰਮੇਸ਼ਰ ਸਾਹਮਣੇ ਕੰਬ ਜਾ। ਉਸ ਨੇ ਚਟਾਨ ਨੂੰ ਪਾਣੀ ਦੇ ਛੱਪੜ ਵਿੱਚ ਬਦਲ ਦਿੱਤਾ ਅਤੇ ਸਖਤ ਪੱਥਰਾਂ ਨੂੰ ਚਾਸ਼ਮਿਆਂ ਵਿੱਚ। ਸੋ ਯਾਦਗਾਰੀ ਦਾ ਜਿਹੜਾ ਭਜਨ ਆ ਉਹ ਹੀ 114 ਜਿਹੜਾ ਇਸ ਦੀ ਯਾਦਗਾਰੀ ਦੇ ਵਿੱਚ ਗਾਇਆ ਜਾਂਦਾ ਸੀ ਕਿ ਸਾਡੇ ਪ੍ਰਭੂ ਨੇ ਹਰ ਇੱਕ ਚੀਜ਼ ਦੀ ਨੇਚਰ ਨੂੰ ਬਦਲ ਦਿੱਤਾ ਔਰ ਉਸਨੇ ਹਰ ਇੱਕ ਚੀਜ਼ ਨੂੰ ਅਧੀਨ ਕਰ ਦਿੱਤਾ ਔਰ ਪ੍ਰਭੂ ਦੀ ਬਰਕਤ ਜੋ ਸਾਡੇ ਉੱਤੇ
ਉਸਦੇ ਲਈ। ਹੁਣ ਇੱਕ ਬੜੀ ਅਜੀਬ ਚੀਜ਼ ਹੋਣੀ ਹੈ, ਇਹ ਲੜਾਈ ਦੇ ਲਈ ਜਾ ਰਹੇ ਇਹਨਾਂ ਦਿਨਾਂ ਦੇ ਵਿੱਚ। ਤਾਂ ਅਗਰ ਕਿਸੇ ਦੇ ਕੋਈ ਵੀ ਜਿਹੜਾ ਫੌਜੀ ਆ ਉਸਨੂੰ ਇਹ ਦੇਖਿਆ ਜਾਂਦਾ ਸੀ ਕਿ ਕੋਈ ਸੱਟ ਪੇਟ ਨਾ ਲੱਗ ਜਾਏ, ਲੇਕਿਨ ਪ੍ਰਭੂ ਨੇ ਇੱਕ ਬੜਾ ਅਜੀਬ ਹੁਕਮ ਹੁਣ ਦੇਣਾ। ਸੋ ਆਓ ਅਸੀਂ ਪੰਜਵਾਂ ਭਾਵ ਉਸਦੀਆਂ ਪਹਿਲੀ 15 ਆਇਤਾਂ ਆ। ਐਕਚੁਅਲੀ ਅਸੀਂ ਇਸਦੀਆਂ ਪਹਿਲੀਆਂ 10 ਆਇਤਾਂ ਦੇਖਾਂਗੇ, 12 ਆਇਤਾਂ ਦੇਖਾਂਗੇ। ਕੱਲ ਨੂੰ ਅਸੀਂ 13 ਆਇਤ ਤੋਂ ਦੇਖਾਂਗੇ। ਆਓ ਪਹਿਲੀਆਂ 10 ਯਹੋਸ਼ੂਆ ਦੀਆਂ ਪਾਸਟਰ ਜੀ। ਹਾਂਜੀ, ਮੈਂ ਪੜ੍ਹ ਦਿੰਦੀ ਹਾਂ। ਜਦੋਂ ਅਮੋਰੀ ਅਤੇ ਕਨਾਨ ਦੇ ਸਭ ਰਾਜਿਆਂ ਨੇ ਸੁਣਿਆ ਕਿ ਪ੍ਰਭੂ ਨੇ ਜਰਦਨ ਦਰਿਆ ਦਾ ਪਾਣੀ ਸੁਕਾ ਦਿੱਤਾ ਅਤੇ ਇਜ਼ਰਾਈਲੀ ਲੋਕ ਉਸ ਵਿੱਚੋਂ ਪਾਰ ਲੰਘ ਗਏ ਹਨ, ਤਾਂ ਉਹ ਬਹੁਤ ਡਰ ਗਏ ਅਤੇ ਇਜ਼ਰਾਈਲੀਆਂ ਦੇ ਕਾਰਨ ਉਹਨਾਂ ਦੇ ਹੌਸਲੇ ਖਤਮ ਹੋ ਗਏ। ਗਿਲਗਾਲ ਦੀ ਥਾਂ ਤੇ ਸੁਨਤ। ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ ਚੱਕਵੇਂ ਪੱਥਰ ਦੀਆਂ ਛੁਰੀਆਂ ਬਣਾ ਕੇ ਉਹਨਾਂ ਨਾਲ ਇਜ਼ਰਾਈਲੀ ਲੋਕਾਂ ਦੀ ਦੂਜੀ ਵਾਰ ਸੁਨਤ ਕਰ। ਇਸ ਲਈ ਯਹੋਸ਼ੂਆ ਨੇ ਛੁਰੀਆਂ ਬਣਾ ਕੇ ਸੁਨਤ ਕੀਤੀ। ਇਸ ਦੂਜੀ ਸੁਨਤ ਦੇ ਕੀਤੇ ਜਾਣ ਦਾ ਕਾਰਨ ਇਹ ਸੀ, ਉਹ ਸਭ ਲੋਕ ਜੋ ਮਿਸਰ ਤੋਂ ਨਿਕਲ ਕੇ ਆਏ ਸਨ ਅਤੇ ਜੋ ਲੜਾਕੂ ਸਨ, ਸਭ ਉਜਾੜ ਵਿੱਚ ਮਰ ਖਪ ਗਏ ਸਨ। ਮਿਸਰ ਤੋਂ ਨਿਕਲ ਕੇ ਆਏ ਲੋਕਾਂ ਦੀਆਂ ਸੁਨਤਾਂ ਹੋਈਆਂ ਸਨ, ਪਰ ਜੋ ਨਰ ਬੱਚੇ ਯਾਤਰਾ ਸਮੇਂ ਉਜਾੜ ਵਿੱਚ ਪੈਦਾ ਹੋਏ ਸਨ, ਉਹਨਾਂ ਵਿੱਚੋਂ ਕਿਸੇ ਦੀ 40 ਸਾਲਾਂ ਤੱਕ ਇਜ਼ਰਾਈਲੀ ਲੋਕ 40 ਸਾਲਾਂ ਤੱਕ ਉਜਾੜ ਵਿੱਚ ਯਾਤਰਾ ਕਰਦੇ ਰਹੇ ਤੇ ਮਿਸਰ ਤੋਂ ਨਿਕਲ ਕੇ ਆਏ ਸਭ ਆਦਮੀ ਉਜਾੜ ਵਿੱਚ ਮਰ ਗਏ, ਕਿਉਂਕਿ ਉਹ ਪ੍ਰਭੂ ਦੇ ਕਹੇ ਅਨੁਸਾਰ ਨਹੀਂ ਚੱਲੇ ਸਨ। ਤੇ ਇਸ ਕਾਰਨ ਪ੍ਰਭੂ ਨੇ ਸਹੁੰ ਚੁੱਕੀ ਸੀ ਕਿ ਉਹਨਾਂ ਵਿੱਚੋਂ ਕੋਈ ਆਦਮੀ ਵੀ ਉਸ ਧਰਤੀ ਤੇ ਨਾ ਜਾ ਸਕੇਗਾ ਜਿਸ ਦੇ ਦੇਣ ਦੀ ਪ੍ਰਤਿਗਿਆ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਅਤੇ ਜੋ ਅਤ ਸੁੰਦਰ ਅਤੇ ਉਪਜਾਊ ਧਰਤੀ ਹੈ। ਇਸ ਲਈ ਪ੍ਰਭੂ ਨੇ ਉਹਨਾਂ ਦੀ ਥਾਂ ਉਹਨਾਂ ਦੀ ਸੰਤਾਨ ਨੂੰ ਖੜੇ ਕੀਤਾ ਤੇ ਉਹਨਾਂ ਦੀ ਹੀ ਯਹੋਸ਼ੂਆ ਨੇ ਸੁਨਤ ਕੀਤੀ, ਕਿਉਂਕਿ ਉਹਨਾਂ ਦੀ ਸੁਨਤ ਪਹਿਲਾਂ ਨਹੀਂ ਹੋਈ ਸੀ। ਸੁਨਤ ਹੋ ਚੁੱਕਣ ਦੇ ਪਿੱਛੋਂ ਸਭ ਇਜ਼ਰਾਈਲੀ ਲੋਕ ਡੇਰਿਆਂ ਵਿੱਚ ਉਨੇ ਚਿਰ ਤੱਕ ਰਹੇ ਜਦੋਂ ਤੱਕ ਉਹਨਾਂ ਦੇ ਜ਼ਖਮ ਠੀਕ ਨਾ ਹੋ ਗਏ। ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਅੱਜ ਮੈਂ ਤੁਹਾਡੇ ਉੱਤੋਂ ਮਿਸਰ ਦੀ ਗੁਲਾਮੀ ਦਾ ਧੱਬਾ ਦੂਰ ਕਰ ਦਿੱਤਾ ਹੈ। ਉਸ ਥਾਂ ਦਾ ਨਾਮ ਇਸੇ ਕਾਰਨ ਗਿਲਗਾਲ ਪੈ ਗਿਆ, ਜੋ ਅੱਜ ਤੱਕ ਹੈ। ਸੋ ਇਜ਼ਰਾਈਲੀਆਂ ਨੇ ਗਿਲਗਾਲ ਦੀ ਥਾਂ ਤੇ ਡੇਰੇ ਲਾਏ ਅਤੇ ਉੱਥੇ ਹੀ ਉਹਨਾਂ ਨੇ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਤਰਕਾਲਾਂ ਵੇਲੇ ਪਸਾਹ ਦਾ ਤਿਉਹਾਰ ਮਨਾਇਆ। ਅਗਲੇ ਦਿਨ ਪਹਿਲੀ ਵਾਰ ਉਹਨਾਂ ਨੇ ਕਨਾਨ ਦਾ ਅਨਾਜ ਖਾਧਾ, ਭੁੱਜੇ ਹੋਏ ਦਾਣੇ ਤੇ ਖਮੀਰੀ ਰੋਟੀ। ਇਸ ਦੇ ਪਿੱਛੋਂ ਉਹਨਾਂ ਨੂੰ ਮੰਨਾ ਮਿਲਣਾ ਬੰਦ ਹੋ ਗਿਆ ਅਤੇ ਉਸ ਦੀ ਥਾਂ ਉਹ ਕਨਾਨ ਦੇਸ਼ ਦਾ ਭੋਜਨ ਖਾਣ ਲੱਗੇ। ਯਹੋਸ਼ੂਆ ਦੇ ਠੀਕ ਹੈ ਸਿਸਟਰ ਜੀ, ਬਾਕੀ ਫਿਰ ਦੇਖਾਂਗੇ ਕਿਉਂਕਿ ਬਹੁਤ ਇਹਦੇ ਵਿੱਚ ਵੱਡੇ ਹਿੱਸੇ ਆਉਣੇ ਆ। ਪੰਜਵੇਂ ਭਾਗ ਦੇ ਵਿੱਚ 3-4 ਵੱਡੀਆਂ ਚੀਜ਼ਾਂ ਆਉਣੀਆਂ ਤੇ ਉਹ ਅਸੀਂ ਹੁਣ ਕੱਲ ਨੂੰ ਦੇਖਾਂਗੇ। ਸੋ ਮੇਨ ਚੀਜ਼ ਇਹ ਆ ਕਿ ਤੁਸੀਂ ਦੇਖੋ ਕਿ ਇਹ ਲੋਕ ਜੰਗ ਦੇ ਲਈ ਜਾ ਰਹੇ, ਔਰ ਪ੍ਰਭੂ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਆ, ਉਹਨਾਂ ਦੇ ਉੱਤੋਂ ਉਹ ਗੁਲਾਮੀ ਦਾ ਧੱਬਾ ਲਾਇਆ। ਅੱਜ ਇਹ ਵਾਅਦੇ ਦੀ ਧਰਤੀ ਤੇ ਪਹੁੰਚ ਚੁੱਕੇ ਆ। ਅੱਜ ਇਹਨਾਂ ਨੇ ਵਾਅਦੇ ਦੀ ਧਰਤੀ ਤੇ ਪੈਰ ਰੱਖ ਲਿਆ, ਔਰ ਜਿੱਦਾਂ ਹੀ ਇਹ ਵਾਅਦੇ ਦੀ ਧਰਤੀ ਤੇ ਇਹਨਾਂ ਨੇ ਪੈਰ ਰੱਖਿਆ ਤਾਂ ਪ੍ਰਭੂ ਨੇ ਕਿਹਾ ਕਿ ਜਿਹੜੇ ਨਰਾਂ ਦੀ ਸੁਨਤ ਨਹੀਂ ਹੋਈ ਉਹਨਾਂ ਦੀ ਸੁਨਤ ਕੀਤੀ ਜਾਏ। ਸੋ ਉਹ ਸੁਨਤ ਕੀਤੀ ਜਾਏ। ਸੋ ਉਸ ਇਲਾਕੇ ਦਾ ਨਾਮ ਫਿਰ ਗਿਲਗਾਲ ਪੈ ਗਿਆ, ਜਿਸ ਦਾ ਮਤਲਬ ਕਿ ਧੱਬੇ ਨੂੰ ਦੂਰ ਕਰਨਾ, ਕਿਸੇ ਚੀਜ਼ ਨੂੰ ਦੂਰ ਕਰਨਾ। ਪ੍ਰਭੂ ਨੇ ਉਹਨਾਂ ਦੀ ਗੁਲਾਮੀ ਦਾ ਧੱਬਾ ਧੋ ਦਿੱਤਾ, ਔਰ ਗੁਲਾਮੀ ਦਾ ਧੱਬਾ ਧੋਣ ਤੋਂ ਬਾਅਦ ਜਿਸ ਵੇਲੇ ਉਹਨਾਂ ਨੇ ਉਹ ਪਸਾਹ ਦਾ ਤਿਉਹਾਰ ਮਨਾਇਆ, ਸਾਨੂੰ ਇੱਥੋਂ ਪਤਾ ਲੱਗਦਾ, ਕਿਉਂਕਿ ਜਿਹੜਾ ਪਸਾਹ ਦਾ ਤਿਉਹਾਰ ਆ ਉਹ ਸਾਡਾ ਗੁੱਡ ਫਰਾਈਡੇ, ਜਿਹੜਾ ਉਹ ਪਸਾਹ ਦਾ ਤਿਉਹਾਰ, ਔਰ ਉਹ ਯਹੂਦੀਆਂ ਦਾ ਪਹਿਲਾ ਮਹੀਨਾ ਹੈ ਉਹਨਾਂ ਦੇ ਕੈਲੰਡਰ ਦਾ। ਸੋ ਪਸਾਹ ਦਾ ਤਿਉਹਾਰ ਜਿਸ ਲਈ ਉਹਨਾਂ ਨੇ ਉੱਥੇ ਮਨਾਇਆ, ਤਾਂ ਇਹਦਾ ਮਤਲਬ ਆ ਕਿ ਉਹ April May ਦਾ ਸਮਾਂ ਆ, ਜਾਂ ਅਸੀਂ March April ਕਹਿ ਸਕਦੇ ਹਾਂ। ਤੇ ਉਸ ਕਿਉਂਕਿ ਸਾਡੀ ਜਿਹੜੀ ਹੈਗਾ ਗੁੱਡ ਫਰਾਈਡੇ ਤੇ ਈਸਟਰ ਜਿਹੜੀ ਸਾਡੀ ਆ, ਇਹਨਾਂ ਦੇ ਵਿੱਚ ਹੀ ਆਉਂਦੇ ਉਹ ਦਿਨ। ਸੋ ਉਹਨਾਂ ਨੂੰ ਪ੍ਰਭੂ ਨੇ ਉੱਥੇ ਉਹਨਾਂ ਨੇ ਪਹਿਲੀ ਵਾਰੀ, ਔਰ ਕਈ ਨਿਆਣਿਆਂ ਨੇ ਤਾਂ ਪਹਿਲੀ ਵਾਰੀ ਅੰਨ ਦੇਖਿਆ ਨਾ, ਇਹ ਕਿੱਦਾਂ ਦਾ ਹੁੰਦਾ। ਉਹ ਹਾਲੇ ਤੱਕ ਜਿਹੜੇ ਬੱਚੇ ਉਜਾੜ 'ਚ ਜੰਮੇ ਹੋ ਤਾਂ ਉਹ ਤਮੰਨਾ ਖਾਂਦੇ ਪਏ ਸੀ, ਲੇਕਿਨ ਹੁਣ ਉਹਨਾਂ ਨੇ ਪਹਿਲੀ ਵਾਰੀ ਉਸ ਧਰਤੀ ਦਾ ਅਨਾਜ ਖਾਧਾ,
और उस दिन तो मन्ना भरना बंद हो गया। दैट वाज द एंड ऑफ उस चीज का, क्योंकि प्रभु ने अपना वादा पूरा करना शुरू कर दिता। सो कल ਨੂੰ ਅਸੀਂ ਜਿਹੜੀ ਚੀਜ਼ ਦੇਖਾਂਗੇ, ਮੇਨ ਚੀਜ਼ ਦੇਖਾਂਗੇ ਕਿ ਪ੍ਰਭੂ ਦੀ ਹਜ਼ੂਰੀ ਜੋ ਹੁਣ ਉਹਨਾਂ ਦੇ ਨਾਲ, ਔਰ ਉਸ ਨੂੰ ਅਸੀਂ ਜਿਹੜੀ 13 ਤੋਂ ਲੈ ਕੇ ਜਿਹੜੀ 15 ਆਇਤ ਹੈ, ਬਹੁਤ ਮੇਨ ਆਇਤ, ਇਹ ਉਹ ਆਇਤ ਹੈ ਜਿੱਥੇ ਜਿੱਦਾਂ ਮੂਸਾ ਨੂੰ ਪ੍ਰਭੂ ਨੇ ਦਰਸ਼ਨ ਦਿੰਦਾ ਸੀ, ਇੱਥੇ ਯਹੋਸ਼ੂਆ ਨੂੰ ਉਸੇ ਤਰ੍ਹਾਂ ਪ੍ਰਭੂ ਨੇ ਦਰਸ਼ਨ ਦੇਣੇ, ਪਰ ਇੱਕ ਵੱਖਰੇ ਰੂਪ ਦੇ ਵਿੱਚ। ਮਸੀਹ ਦੇ ਦਰਸ਼ਨ ਹੋਣੇ, ਲੇਕਿਨ ਇੱਕ ਵੱਖਰੇ ਰੂਪ ਦੇ ਵਿੱਚ, ਕਿਉਂਕਿ ਹੁਣ ਜੰਗ ਆ ਗਈ। ਜਿਸ ਲਈ ਪ੍ਰਭੂ ਨੇ ਕਿਹਾ ਸੀ ਕਿ ਜੰਗ ਤੇਰੀ ਮੈਂ ਲੜੂੰਗਾ, ਕਬਜ਼ੇ ਤੁਸੀਂ ਕਰਿਓ, ਮੈਂ ਤੁਹਾਨੂੰ ਜਿੱਤਾਂ ਦਊਂਗਾ। ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਕਿ ਇਹ ਪ੍ਰਭੂ ਸਾਡੇ ਨਾਲ ਅੱਜ ਵੀ ਆ। ਪਿੱਛੇ ਦੀ ਉਹਨਾਂ ਨੇ ਜਿੰਨੇ ਵੀ ਇੱਥੇ ਭਜਨ ਗਾ ਰਹੇ ਆ, ਉਹ ਆਪਣੀਆਂ ਪਿਛਲੀਆਂ ਬਰਕਤਾਂ ਨੂੰ ਚੇਤੇ ਕਰਕੇ ਪ੍ਰਭੂ ਨੂੰ ਧੰਨ ਕਹਿ ਰਹੇ, ਔਰ ਆਉਣ ਵਾਲੀਆਂ ਜਿਹੜੀਆਂ ਬਰਕਤਾਂ ਆ ਉਹਨਾਂ ਦੇ ਲਈ ਪ੍ਰਭੂ ਦੇ ਅੱਗੇ ਦੁਆ ਕਰਦੇ ਪਏ। ਇਹੋ ਹੀ ਸਾਨੂੰ ਕਰਨਾ ਚਾਹੀਦਾ, ਪਿਛਲੀਆਂ ਚੀਜ਼ਾਂ ਨੂੰ ਚੇਤੇ ਕਰੀਏ, ਪ੍ਰਭੂ ਦੇ ਨਾਮ ਨੂੰ ਧੰਨ ਕਰੀਏ, ਔਰ ਫਿਰ ਇਸ ਚੀਜ਼ ਦਾ ਵਿਸ਼ਵਾਸ ਰੱਖੀਏ ਕਿ ਪ੍ਰਭੂ ਜੋ ਆਉਣ ਵਾਲਾ ਸਮਾਂ ਸਾਡਾ, ਉਹਦੇ ਵਿੱਚ ਸਾਡੀ ਬਰਕਤ, ਸਾਡਾ ਪ੍ਰਭੂ ਜਿਸ ਤਰ੍ਹਾਂ ਉਹਨੇ ਪਿੱਛੇ ਸਾਂਭਿਆ, ਇਸੇ ਤਰ੍ਹਾਂ ਹੀ ਉਹ ਅੱਗੇ ਸਾਂਭੇਗਾ, ਕਿਉਂਕਿ ਉਹ ਜਿਉਂਦਾ ਪ੍ਰਭੂ। ਉਸਨੇ ਕਿਹਾ ਉਹ ਜੋ ਸੀ, ਜੋ ਹੈ, ਜੋ ਹੋਏਗਾ, ਉਹ ਸਭ ਇੱਕ, ਉਹ ਯਕਸਾ ਆ, ਹਮੇਸ਼ਾ ਇੱਕੋ ਜਿਹਾ। ਸਾਡੇ ਲਈ ਸਮੇਂ ਬਦਲਦੇ, ਪ੍ਰਭੂ ਦੇ ਲਈ ਸਮੇਂ ਨਹੀਂ ਬਦਲਦੇ। ਉਹ ਸਾਰੇ ਸਮੇਂ ਨੂੰ ਅਦਨ ਦੇ ਬਾਗ ਤੋਂ ਲੈ ਕੇ ਅਖੀਰ ਤੱਕ ਪ੍ਰਭੂ ਦੇਖ ਸਕਦਾ, ਅਖੀਰ ਤੱਕ ਪ੍ਰਭੂ ਦੇਖ ਸਕਦਾ। ਉਸ ਦੇ ਲਈ ਸਮਾਂ ਨਹੀਂ ਬਦਲਦਾ, ਸਮੇਂ ਦੇ ਵਿੱਚ ਅਸੀਂ ਬੱਝੇ ਹੋਏ, ਔਰ ਇਸ ਦੇ ਲਈ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਕਿ ਇਸ ਸਮੇਂ ਦੇ ਵਿੱਚ ਵੀ ਉਹ ਸਾਡੇ ਕੋਲ ਆਇਆ, ਔਰ ਇਸ ਸਮੇਂ ਦੇ ਵਿੱਚ ਵੀ ਉਸਨੇ ਸਾਡਾ ਸਾਥ ਦਿੱਤਾ, ਔਰ ਇਸ ਸਮੇਂ ਦੇ ਵਿੱਚ ਉਸਨੇ ਸਾਨੂੰ ਜਿੱਤਾ ਦਿੱਤਾ। ਆਓ ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਤੇਰੀ ਇਸ ਵੱਡੀ ਰਹਿਮ ਦੇ ਲਈ, ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ। ਇਹ ਸ਼ਬਦ ਜੋ ਪ੍ਰਭੂ ਜੀ ਅਸੀਂ ਤੇਰਾ ਪੜ੍ਹਿਆ, ਇਸ ਦੇ ਵਿੱਚ ਖੁਦਾਵੰਦ ਸਾਨੂੰ ਇੱਕ ਆਸ਼ਾ ਮਿਲੀ ਕਿ ਸਾਡੇ ਪ੍ਰਭੂ ਨੇ ਜੋ ਵਾਅਦਾ ਅਬਰਾਹਮ ਦੇ ਨਾਲ ਕੀਤਾ ਸੀ, ਜਦ ਉਸਦੇ ਕੋਲ ਇੱਕ ਵੀ ਸੰਤਾਨ ਨਹੀਂ ਸੀ, ਅੱਜ ਉਹ ਪੂਰਾ ਕਰਦਾ ਪਿਆ ਕਿ ਉਸਦੀ ਸਾਰੀ ਸੰਤਾਨ ਇਸ ਵੇਲੇ ਜਰਦਨ ਦਰਿਆ ਦੇ ਦੂਜੇ ਪਾਸੇ ਕਨਾਨ ਦੇਸ਼ ਦੇ ਵਿੱਚ ਪਹੁੰਚ ਚੁੱਕੀ ਹੈ। ਪਿਆਰੇ ਪ੍ਰਭੂ, ਤੂੰ ਆਪਣੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਬਰਕਤ ਦਿੰਦਾ, ਜਿੱਤ ਦਾ ਪਰਮੇਸ਼ਵਰ ਤੂੰ ਆ। ਔਰ ਇਸੇ ਤਰ੍ਹਾਂ ਪ੍ਰਭੂ ਜੀ ਸਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਜੋ ਤੇਰੇ ਵੱਲ ਨਜ਼ਰਾਂ ਲਾ ਕੇ ਬੈਠੇ, ਖੁਦਾਵੰਦ ਤੂੰ ਉਹਨਾਂ ਤੇ ਆਪਣੀ ਰਹਿਮ ਦੀ ਦਇਆ ਦੇ ਹੱਥ ਪ੍ਰਭੂ ਜੀ ਲੈ ਕੇ ਆਏ। ਜਦ ਤੱਕ ਅਸੀਂ ਦੁਬਾਰਾ ਕੱਲ ਨੂੰ ਮਿਲੀਏ ਪ੍ਰਭੂ ਜੀ, ਤੇਰੀ ਦਇਆ, ਤੇਰਾ ਰਹਿਮ, ਤੇਰਾ ਪਿਆਰ ਸਾਡੇ ਸਭ ਨਾਲ ਬਣਿਆ, ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖਣਾ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ। ਔਰ ਸਾਰੇ ਭੈਣ ਭਰਾ ਕਹਿਣ ਆਮੀਨ।